ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦਾ ਸਵਾਗਤ। ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਵਿਚਾਰੇ ਜਾਣ ਵਾਲੇ ਮੁੱਦਿਆਂ 'ਚ ਇਸ ਵਾਰ ਵਿਸਾਖੀ ਮੇਲਾ ਕਿਸਾਨੀ ਮੋਰਚਿਆਂ ਤੇ ਲੱਗੇਗਾ। ਟੀਕਾਕਰਨ ਬਾਰੇ ਸ਼ਸ਼ੋਪੰਜ ਬਰਕਰਾਰ। ਅਮਰੀਕਾ ਭਾਰਤੀ ਪਾਣੀਆਂ 'ਚ ਗੇੜਾ ਮਾਰ ਗਿਆ। ਇਹਨਾਂ ਮੁੱਦਿਆਂ ਤੋਂ ਇਲਾਵਾ ਕੁਝ ਹੋਰ ਮੁੱਦੇ ਵਿਚਾਰਾਂਗੇ ਆਪਣੇ ਮਾਹਿਰ ਮਹਿਮਾਨ ਦੇ ਨਾਲ। ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਵਤਾਰ ਸਿੰਘ ਸ਼ੇਰਗਿੱਲ ਜੀ। ਅਵਤਾਰ ਸਿੰਘ ਸ਼ੇਰਗਿੱਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੇ ਪ੍ਰੋਗਰਾਮ 'ਚ। ਸ਼ੁਕਰੀਆ ਜੀ। ਤੇ ਸ਼ੁਰੂਆਤ ਵਿਸਾਖੀ ਕੱਲ੍ਹ ਨੂੰ ਪਰਸੋਂ ਨੂੰ ਮਤਲਬ ਆਪਾਂ ਤਿਆਰ ਹਾਂ ਪੂਰੀ ਤਰ੍ਹਾਂ ਮਨਾਉਣ ਲਈ। ਤੇ ਇਸ ਵਾਰ ਵਿਸਾਖੀ ਦਾ ਮੇਲਾ ਪਿੰਡਾਂ ਤੇ ਵੱਖ-ਵੱਖ ਸ਼ਹਿਰਾਂ 'ਚ ਨਹੀਂ ਬਲਕਿ ਕਿਸਾਨੀ ਮੋਰਚਿਆਂ ਤੇ ਲੱਗਣਾ ਹੈ। ਇਹਦੀ ਤਿਆਰੀ ਦੱਸ ਦਿਓ ਸਾਰੀ ਵਿਸਥਾਰ ਦੇ ਨਾਲ। ਬਿਲਕੁਲ ਜੀ, ਕਿਸਾਨ ਅੰਦੋਲਨ ਜਦੋਂ ਤੋਂ ਚੱਲਿਆ ਉਦੋਂ ਤੋਂ ਜਿੰਨੇ ਵੀ ਦਿਨ ਤਿਉਹਾਰ ਆ ਮੇਲੇ ਆ ਜੀ ਉਹ ਸਾਰੇ ਕਿਸਾਨ ਮੋਰਚਿਆਂ 'ਚ ਹੀ ਮਨਾਏ ਜਾ ਰਹੇ ਹਨ। ਫਿਰ ਚਾਹੇ ਗੁਰਪੁਰਬ ਆ ਜਾਵੇ ਤਾਂ ਵੀ ਕਿਸਾਨ ਮੋਰਚਿਆਂ 'ਚ ਹੀ ਆ ਜੀ। ਤਿਉਹਾਰ ਕੋਈ ਹੋ ਜਾਵੇ, ਦਿਨ ਹੋ ਜਾਏ, ਜਾਂ ਫਿਰ ਹੁਣ ਜਿਹੜਾ ਵਿਸਾਖੀ ਦਾ ਮੇਲਾ ਮਨਾਇਆ ਜਾ ਰਿਹਾ ਉਹ ਵੀ ਦਿੱਲੀ ਦੇ ਬਾਰਡਰਾਂ 'ਤੇ ਮੋਰਚਿਆਂ 'ਚ ਬੈਠੇ, ਚਾਹੇ ਸਿੰਘੂ ਬਾਰਡਰ ਆ, ਗਾਜ਼ੀਪੁਰ ਬਾਰਡਰ ਆ, ਟਿਕਰੀ ਬਾਰਡਰ ਆ, ਇਹਨਾਂ ਸਾਰਿਆਂ ਮੋਰਚਿਆਂ ਦੇ ਉੱਤੇ ਵਿਸਾਖੀ ਬੜੀ ਧੂਮਧਾਮ ਨਾਲ ਪਹਿਲਾਂ ਦੇ ਵਾਂਗੂ ਹੀ ਮਨਾਈ ਜਾ ਰਹੀ ਹੈ, ਜਿਹਦੇ ਲਈ ਕਿਸਾਨਾਂ ਦੀਆਂ ਤਿਆਰੀਆਂ ਤਾਂ ਪਹਿਲਾਂ ਹੀ ਆਰੰਭੀਆਂ ਸੀਗੀਆਂ। ਪਰ ਮੈਨੂੰ ਲੱਗਦਾ ਵੀ ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਤੋਂ ਵੀ ਵੱਡੀ ਗਿਣਤੀ 'ਚ ਜਿਹੜੇ ਕਿਸਾਨਾਂ ਦੇ ਜਥੇ ਔਰ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਆ। 1-2 ਦਿਨ ਹੋ ਗਏ, ਜਾ ਵੀ ਰਹੇ ਆ ਔਰ ਪਹੁੰਚ ਵੀ ਗਏ ਆ, ਤਾਂ ਕੁਛ ਪਹੁੰਚਣ ਵਾਲੇ ਵੀ ਆ। ਕਹਿਣ ਤੋਂ ਭਾਵ ਆ ਵੀ ਉੱਥੇ ਹੁਣ ਜਿਹੜੀ ਗਿਣਤੀ ਕੁਛ ਦਿਨ ਪਹਿਲਾਂ ਘਟ ਗਈ ਸੀਗੀ ਉਹ ਹੁਣ ਇਸ ਵਿਸਾਖੀ ਮੇਲੇ ਦੇ ਮੌਕੇ ਹੋਰ ਜ਼ਿਆਦਾ ਵੱਡੀ ਗਿਣਤੀ 'ਚ ਤਾਦਾਦ ਵਧਣ ਲੱਗ ਪਈ ਆ। ਇਸ ਦਾ ਜਿਹੜਾ ਨਮੂਨਾ ਆ, ਆਪਾਂ KMP ਜਦੋਂ ਜਾਮ ਕੀਤਾ ਸੀਗਾ ਕਿਸਾਨਾਂ ਨੇ ਇੱਕ ਦਿਨ ਵਾਸਤੇ 24 ਘੰਟਿਆਂ ਲਈ, ਉਦੋਂ ਵੀ ਦੇਖਣ ਨੂੰ ਮਿਲਿਆ ਵੀ ਉੱਥੋਂ ਆਮ ਨਾਲੋਂ ਉਸ ਦਿਨ ਨੂੰ ਗਿਣਤੀ ਕਿਸਾਨਾਂ ਦੀ ਵੱਧ ਸੀਗੀ। ਰਿਹਾ ਸ਼ਾਂਤੀਪੂਰਨ, ਇਹ ਸਭ ਤੋਂ ਵੱਡੀ ਗੱਲ ਆ। ਤੇ ਸ਼ਾਂਤੀਪੂਰਨ ਰਹਿਣ ਦਾ ਜਿਹੜਾ ਮੰਤਰ ਆ ਉਹ ਕਿਸਾਨਾਂ ਦਾ ਹੀ ਸਫਲਤਾ ਦਾ ਇੱਕ ਮੰਤਰ ਆ ਜਿਹੜਾ ਹੁਣ ਤੱਕ ਵੀ ਅਪਣਾਇਆ ਹੋਇਆ ਆ। ਔਰ ਅੱਗੋਂ ਵੀ ਉਹਨਾਂ ਦਾ ਇਹੀ ਮਕਸਦ ਹੈ ਵੀ ਜੋ ਕੁਝ ਵੀ ਆਪਾਂ ਸਰਕਾਰ ਤੇ ਦਬਾਅ ਪਾਉਣ ਲਈ ਕਰਨਾ, ਚਾਹੇ ਕੋਈ ਤਿਉਹਾਰ ਮਨਾਉਣਾ ਤਾਂ ਚਾਹੇ ਕੋਈ ਪ੍ਰੋਟੈਸਟ ਕਰਨਾ, ਬੰਦ ਕਰਨਾ ਜਾਂ ਹੜਤਾਲ ਕਰਨੀ ਆ, ਉਹਦੇ ਪ੍ਰਤੀ ਆਪਾਂ ਰਹਿਣਾ ਸ਼ਾਂਤੀ ਹੀ ਹੈ। 13 ਤਰੀਕ ਵਿਸਾਖੀ ਜਿਹੜੀ ਆ ਉੱਥੇ ਮਨਾਈ ਜਾਣੀ ਆ। ਉਸ ਤੋਂ ਬਾਅਦ 14 ਤਰੀਕ ਨੂੰ ਆ ਜਾਣਾ ਆ ਜੀ ਬਾਬਾ ਅੰਬੇਡਕਰ ਦਿਵਸ ਆ, ਜਿਹੜਾ ਕਿ ਉਹਨਾਂ ਨੇ ਸੰਵਿਧਾਨ ਬਚਾਓ ਦਿਵਸ ਵਜੋਂ ਮਨਾਉਣਾ ਆ। ਤੇ ਉਹਨਾਂ ਦਾ ਦੋਸ਼ ਆ ਵੀ ਜਿਹੜਾ ਸੰਵਿਧਾਨ ਬਾਬਾ ਅੰਬੇਡਕਰ ਨੇ ਬਣਾਇਆ ਸੀਗਾ ਉਹ ਇਹੋ ਜਿਹੇ ਸਿਆਸਤਦਾਨਾਂ ਦੇ ਹੱਥਾਂ 'ਚ ਆ ਗਿਆ ਜਿਹੜਾ ਕਿ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਤੋੜ ਮਰੋੜ ਦਿੰਦੇ ਆ ਤੇ ਜਦੋਂ ਮਰਜ਼ੀ ਜਿੱਦਾਂ ਦੀ ਮਰਜ਼ੀ ਉਹਦੀ ਵਰਤੋਂ ਕਰ ਲੈਂਦੇ ਆ। ਉਹਨੂੰ ਮੁੱਖ ਰੱਖ ਕੇ ਇਹਨਾਂ ਨੇ ਉਸ ਸੰਵਿਧਾਨ ਬਚਾਓ ਦਿਵਸ ਦਾ ਨਾਅਰਾ ਦਿੱਤਾ ਹੈ ਤੇ ਉਦੋਂ ਵੀ ਉਹਨਾਂ ਨੇ ਵੱਡੀ ਪੱਧਰ ਤੇ ਮਨਾਉਣਾ ਆ। ਕਿਸਾਨ ਅੰਦੋਲਨ ਜਿਹੜਾ ਆ ਇਸ ਵੇਲੇ ਜੇ ਥੋੜੇ ਸਮੇਂ ਲਈ ਘਟ ਵੀ ਗਏ ਸੀ ਤੇ ਉਹਦੇ ਵਿੱਚ ਆ ਜਾਂਦੀ ਆ ਵੀ ਹੋ ਸਕਦਾ ਗਰਮੀ ਵੀ ਆ ਗਈ ਆ, ਹੋ ਸਕਦਾ ਕਣਕ ਦੀ ਵਾਢੀ ਵੀ ਚੱਲ ਰਹੀ ਆ, ਕਣਕ ਦਾ ਸੀਜ਼ਨ ਆ, ਮੰਡੀਆਂ 'ਚ ਲੈ ਕੇ ਜਾਣਾ, ਟਰਾਲੀਆਂ ਭਰਨੀਆਂ, ਜੋ ਨਾ ਸੋ, ਕਿਉਂਕਿ ਕਈ ਵਾਰੀ ਪਰਿਵਾਰਾਂ ਦੇ ਵਿੱਚ ਮੈਂਬਰ ਇੱਕੋ ਹੀ ਹੁੰਦੇ ਆ। ਕਈਆਂ ਪਰਿਵਾਰਾਂ ਦੇ ਵਿੱਚ ਪਿੰਡਾਂ 'ਚ 2-2 3-3 ਮੈਂਬਰ ਆ ਤਾਂ ਇੱਕ ਜਣਾ ਮੋਰਚੇ 'ਚ ਵੀ ਆਪਣੀ ਹਾਜ਼ਰੀ ਦੇ ਰਿਹਾ, 1-2 ਜਣੇ ਪਿੱਛੇ ਕਣਕ ਦੀ ਸਾਂਭ ਸੰਭਾਲ ਵੀ ਕਰ ਰਹੇ ਆ। ਇਹ ਸਾਰਾ ਕੁਝ ਉਹਨਾਂ ਨੂੰ ਰਲਾ ਮਿਲਾ ਕੇ ਕਰਨਾ ਪੈ ਰਿਹਾ, ਪਰ ਮਜਬੂਰ ਸਰਕਾਰ ਨੇ ਕੀਤਾ ਹੋਇਆ ਆ। ਤਾਂ ਸਰਕਾਰ ਦਾ ਇੱਧਰ ਧਿਆਨ ਨਹੀਂ ਹੈਗਾ ਵੀ ਅਸੀਂ ਖੇਤਾਂ ਦੇ ਵਿੱਚ ਜਿਹੜਾ ਆ ਮਿੱਟੀ ਨਾਲ ਮਿੱਟੀ ਹੋਣ ਵਾਲੇ ਇੱਕ ਇਨਸਾਨ ਨੂੰ ਕਿਹੜੇ ਕਿੱਤੇ ਲਾਤਾ ਆ। ਇਹ ਸਰਕਾਰ ਨੇ ਕਦੇ ਵੀ ਨਹੀਂ ਸੋਚਿਆ ਵੀ ਜਿਸ ਇਨਸਾਨ ਨੇ, ਜਿਸ ਕਿਸਾਨ ਨੇ ਪੂਰੇ ਦੇਸ਼ ਦਾ ਢਿੱਡ ਭਰਨਾ ਹੁੰਦਾ ਆ ਔਰ ਆਉਣ ਵਾਲੇ ਸਮੇਂ ਦੀ ਪਲੈਨਿੰਗ ਪਹਿਲਾਂ ਹੀ ਕਰਨੀ ਹੁੰਦੀ ਆ। ਜਿਹਨੂੰ ਆਪਾਂ ਕਹਿ ਦਈਏ ਵੀ ਸਰਕਾਰ ਵੀ ਮਿੱਥ ਦਿੰਦੀ ਆ ਵੀ ਐਤਕੀ ਵੀ ਕਣਕ ਦਾ ਟੀਚਾ ਜਿਹੜਾ ਪ੍ਰੋਡਕਸ਼ਨ ਦਾ ਇੰਨਾ ਹੋਊਗਾ, ਅੰਦਾਜ਼ਾ ਤਾਂ ਕਿਸਾਨਾਂ ਦੀ ਮਿਹਨਤ ਤੋਂ ਹੀ ਲਾਉਂਦੀ ਨਾ। ਉਹ ਉਹਨਾਂ ਨੂੰ ਕਿਹੜਾ ਫਾਰਮੂਲਾ ਜਿਹੜਾ ਦੇਖ ਕੇ ਲਾ ਦਿੰਦੀ ਆ, ਉਹ ਕਿਸਾਨਾਂ ਦੀ ਮਿਹਨਤ ਤੋਂ ਲਾ ਕੇ ਦੇਖ ਲੈਂਦੀ ਕਿੰਨੇ ਕੁ ਰਕਬੇ 'ਚ ਕਣਕ ਬੀਜੀ ਗਈ ਆ ਤੇ ਇਹਦਾ ਤੋਂ ਕਿੰਨੀ ਪ੍ਰੋਡਕਸ਼ਨ ਆਉਣੀ ਆ ਤੇ ਉਹਦਾ ਟੀਚਾ ਮਿੱਥ ਦਿੰਦੀ ਆ ਵੀ ਐਤਕੀ ਜਿਹੜੀ ਭਾਰਤ ਵਿੱਚ ਕਣਕ ਦੀ ਜਾਂ ਝੋਨੇ ਦੀ ਜਾਂ ਮੱਕੀ ਦੀ ਕਿਸੇ ਵੀ ਫਸਲ ਦੀ ਉਹ ਇੰਨੀ ਪ੍ਰੋਡਕਸ਼ਨ ਹੋਣੀ ਆ ਤੇ ਜ਼ਿਆਦਾ ਹੋਊਗੀ ਤਾਂ ਫਿਰ ਬੰਪਰ ਕਹਿ ਦਿੰਦੀ ਆ, ਜੇ ਘੱਟ ਹੋਊਗੀ ਤਾਂ ਕਹਿ ਦਿੰਦੀ ਆਸ ਨਾਲੋਂ ਘੱਟ ਹੋਈ ਆ। ਪਰ ਉਹ ਉਸ ਕਿਸਾਨ ਦੀ ਕਦਰ ਪਾਉਣ ਦੇ ਵਿੱਚ ਨਾਕਾਮ ਰਹੀ ਆ। ਖਾਸ ਕਰ ਇਹ 6-7 ਸਾਲ ਜਿਹੜੀ ਸਰਕਾਰ ਚੱਲੀ ਆ ਇਹਨੇ ਕਦਰ ਨਹੀਂ ਪਾਈ, ਜਿਹੜਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਨਿਕਲ ਕੇ ਇਹੋ ਜਿਹੀਆਂ ਤਪਦੀਆਂ ਧੁੱਪਾਂ ਦੇ ਵਿੱਚ, ਪਹਿਲਾਂ ਸਰਦੀ ਵੀ ਬਹੁਤ ਕੜਾਕੇ ਦੀ ਹੰਢਾਈ ਆ, ਹੁਣ ਤਪਦੀਆਂ ਧੁੱਪਾਂ ਦੇ ਵਿੱਚ ਉੱਥੇ ਮਜਬੂਰ ਹੋ ਕੇ ਰਹਿਣਾ ਪੈ ਰਿਹਾ। ਕਿਉਂਕਿ ਸਰਕਾਰ ਦੇ ਕੰਨਾਂ ਤੱਕ ਪੰਜਾਬ ਤੋਂ ਵੀ ਆਵਾਜ਼ ਨਹੀਂ ਸੀ ਗਈ, ਦਿੱਲੀ ਦੇ ਬਾਰਡਰ ਦੇ 35-40 ਕਿਲੋਮੀਟਰ ਦੂਰ ਬੈਠੇ ਉੱਥੋਂ ਵੀ ਆਵਾਜ਼ ਨਹੀਂ ਜਾਂਦੀ। ਤੇ ਬਜਾਏ ਇਸ ਦੇ ਕਿ ਉਹ ਇਹਨਾਂ ਦੀ ਗੱਲ ਸੁਣਨ ਤੋਂ ਫਿਰ ਕਹੀ ਜਾਂਦੇ ਵੀ ਨਹੀਂ ਕਾਨੂੰਨ ਤੁਹਾਡੇ ਲਈ ਵਧੀਆ ਆ, ਕਾਨੂੰਨ ਤੁਹਾਡੇ ਲਈ ਫਾਇਦੇਮੰਦ ਆ, ਤੇ ਉਹਦੇ ਵਿੱਚ ਵੀ ਗੱਲਾਂ ਬਾਤਾਂ ਦੀ ਜਿਹੜੀ ਖੜੋਤ ਆਈ ਹੋਈ ਆ ਉਹ ਵੀ ਕਿਸਾਨਾਂ ਨੂੰ ਹੋਰ ਅੱਗੇ ਅੰਦੋਲਨ ਲਿਜਾਣ ਲਈ ਮਜਬੂਰ ਕਰ ਰਹੀ ਹੈ। ਨਾਲ ਇਹ ਵੀ ਦੱਸ ਦਵਾਂ, ਕੱਲਾ ਵਿਸਾਖੀ ਔਰ 14 ਵਾਲਾ ਨਹੀਂ, ਪਤਾ ਨਹੀਂ ਕਿੰਨਾ ਲੰਬਾ ਸਮਾਂ ਹੋਰ ਚੱਲੇ, ਕਦੋਂ ਇਹਦੀ ਜਿਹੜੀ ਖੜੋਤ ਮੁੱਕੇ, ਗੱਲਬਾਤ ਚੱਲੇ, ਮਸਲੇ ਦਾ ਹੱਲ ਹੁੰਦਾ ਵੀ ਆ ਕਿ ਨਹੀਂ ਹੁੰਦਾ ਆ। ਪਰ ਆਉਂਦੇ ਸਮੇਂ ਦੇ ਵਿੱਚ ਜੇ ਹੁਣ ਟਕੈਤ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ
2 ਅਕਤੂਬਰ ਦਾ ਟੀਚਾ ਮਿੱਥ ਦਿੱਤਾ ਸੀਗਾ ਵੀ 2 ਅਕਤੂਬਰ ਦਾ ਜਿਹੜਾ ਗਾਂਧੀ ਜਯੰਤੀ ਆ ਉਹ ਅਸੀਂ ਪਿਛਲੀ ਵਾਰ ਵਾਂਗੂ ਉੱਥੇ ਮਨਾਵਾਂਗੇ। ਤੇ ਹੁਣ ਜਦੋਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਕਈ ਦਿਨ ਤਿਉਹਾਰ ਆਉਣੇ ਆ, ਉੱਥੇ ਲੱਗਦਾ ਵੀ ਕਿਸਾਨਾਂ ਨੇ ਉਹਨਾਂ ਮੋਰਚਿਆਂ ਦੇ ਵਿੱਚ ਹੀ ਮਨਾਇਆ ਕਰਨਾ, ਕਿਉਂਕਿ ਸਰਕਾਰ ਜਿੰਨਾ ਚਿਰ ਗੱਲ ਸੁਣਦੀ ਨਹੀਂ ਉਹਨਾਂ ਚਿਰ ਅੰਦੋਲਨ ਤੇ ਕਿਸੇ ਪਾਸੇ ਲੱਗਣ ਵਾਲਾ ਹੈ ਨਹੀਂ। ਬਸ ਜਿੱਤਣ ਤੋਂ ਬਗੈਰ ਵਾਪਸੀ ਦਾ ਸੁਨੇਹਾ ਤਾਂ ਉਹਨਾਂ ਪਹਿਲਾਂ ਹੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਹੋਇਆ। ਬਿਲਕੁਲ ਜੀ, ਇਹ ਤਾਂ ਬਾਰ-ਬਾਰ ਕਹਿ ਰਹੇ ਆ ਵੀ ਬਿਨਾਂ ਤਣ ਪੱਤਣ ਲੱਗੇ ਆ। ਖੇਤੀ ਕਾਨੂੰਨ ਜਿਹੜਾ ਰੱਦ ਕਰਨਾ ਉਹ ਮੁੱਖ ਮਕਸਦ ਹੈਗਾ ਹੀ ਆ ਵੀ ਉਹ ਕਿਸੇ ਬੰਨੇ ਕੰਡੇ ਜਿੰਨਾ ਚਿਰ ਨਹੀਂ ਲੱਗਦਾ ਅਸੀਂ ਮੁੜਨ ਵਾਲੇ ਹੈ ਨਹੀਂ ਜੀ। ਤੇ ਖੇਤੀ ਮੰਤਰੀ ਨੇ ਕੱਲ ਕੁਝ ਆਖਿਆ, ਕਿਸਾਨਾਂ ਨੂੰ ਸੁਨੇਹਾ ਦਿੱਤਾ ਤੇ ਗੁੱਟੋ ਕੈਦ ਸਾਹਿਬ ਨੇ ਵੀ ਜਵਾਬ ਦਿੱਤਾ ਹੈ। ਸਵਾਲ ਤੇ ਜਵਾਬ ਦੋਵੇਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਬਿਲਕੁਲ ਜੀ, ਹੁਣ ਜਿਸ ਤਰੀਕੇ ਨਾਲ ਕਰੋਨਾ ਦਾ ਜਿਹੜਾ ਭਿਆਨਕ ਦੌਰ ਚੱਲ ਰਿਹਾ, ਲਗਾਤਾਰ ਕਰੋਨਾ ਦੇ ਮਾਮਲਿਆਂ 'ਚ ਗਿਣਤੀ ਵੱਧ ਰਹੀ ਆ, ਮੌਤਾਂ ਦੀ ਗਿਣਤੀ ਵੱਧ ਰਹੀ ਆ, ਉਹਦੇ ਵਿੱਚ ਚਿੰਤਾ ਤਾਂ ਬਣੀ ਹੋਈ ਆ, ਬੇਸ਼ੱਕ ਚਾਹੇ ਕੇਂਦਰ ਸਰਕਾਰ ਦੀ ਆ ਜਾਂ ਸੂਬਾ ਸਰਕਾਰਾਂ ਦੀ ਆ। ਚਾਹੇ ਇਹਨੂੰ ਇਸ ਤਰੀਕੇ ਨਾਲ ਕਹਿ ਲਓ ਕਿ ਕਰੋਨਾ ਦੀ ਆੜ ਦੇ ਵਿੱਚ ਇੱਕ ਵਾਰ ਫੇਰ ਕੇਂਦਰ ਨੇ, ਖੇਤੀ ਮੰਤਰੀ ਨੇ ਅਪੀਲ ਕੀਤੀ ਕਿਸਾਨਾਂ ਨੂੰ ਵੀ ਭਾਈ ਤੁਸੀਂ ਇਹ ਅੰਦੋਲਨ ਸਮਾਪਤ ਕਰ ਦਿਓ, ਗੱਲਬਾਤ ਲਈ ਅਸੀਂ ਤਿਆਰ ਆ। ਨਾਲ ਦੀ ਨਾਲ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਵੀ ਗੱਲਬਾਤ ਲਈ ਤਿਆਰ ਉੱਦਾਂ ਹੀ ਆ ਕਿ ਕਿਸੇ ਤਰੀਕੇ ਨਾਲ ਆ, ਪਰ ਤਰੀਕਾ ਉਹਨਾਂ ਨੇ ਦੱਸ ਦਿੱਤਾ ਵੀ ਕੋਈ ਪ੍ਰਪੋਜ਼ਲ ਜਿਹੜਾ ਠੋਸ ਲੈ ਕੇ ਆਉਂਗੇ ਨਾ ਫੇਰ ਗੱਲਬਾਤ ਲਈ ਤਿਆਰ ਆ। ਇੱਕ ਸ਼ਰਤ ਵੀ ਇੱਕ ਕਿਸਮ ਨਾਲ ਰੱਖ ਦਿੱਤੀ, ਜਿਹਦਾ ਜਵਾਬ ਕਿਸਾਨ ਆਗੂਆਂ ਨੇ ਵੀ ਦਿੱਤਾ ਆ ਵੀ ਉਹਨਾਂ ਨੇ ਇਹਨੂੰ ਗੱਲਬਾਤ ਦਾ ਸੱਦੇ ਵਾਂਗੂ ਨਹੀਂ ਕਿਹਾ, ਸ਼ਰਤ ਰੱਖ ਕੇ ਕਿਹਾ ਆ ਵੀ ਗੱਲਬਾਤ ਲਈ ਤਿਆਰ ਜ਼ਰੂਰ ਹੈ, ਪਰ ਤੁਸੀਂ ਠੋਸ ਪ੍ਰਪੋਜ਼ਲ ਲੈ ਕੇ ਆਓ। ਠੋਸ ਪ੍ਰਪੋਜ਼ਲ ਇਹੀ ਆ ਵੀ ਜੋ ਅਸੀਂ ਭੇਜੀ ਹੋਈ ਆ। ਪਹਿਲਾਂ ਤਾਂ ਪ੍ਰਪੋਜ਼ਲ ਸਾਡੀ ਸਟੈਂਡ ਕਰਦੀ ਆ 1.5-2 ਸਾਲ ਜਿਹੜੀ ਇਹਨੂੰ ਮਨਸੂਖ ਕਰਨ ਦੀ ਆ, ਖੇਤੀ ਕਾਨੂੰਨਾਂ ਨੂੰ ਅਮਲ ਤੇ ਰੋਕ ਲਾਉਣ ਦੀ। ਉਸ ਪ੍ਰਪੋਜ਼ਲ ਦੇ ਤੁਹਾਡੀ ਕੀ ਠੋਸ ਪ੍ਰਪੋਜ਼ਲ ਆ ਉਹ ਲੈ ਕੇ ਆਓ, ਉਹਦੇ ਤੇ ਗੱਲ ਕਰਾਂਗੇ, ਜਿਹੜੀ ਕਿ ਉਹ ਪਹਿਲਾਂ ਹੀ ਰੱਦ ਕਰ ਚੁੱਕੇ ਆ। ਇੱਕ ਵਾਰ ਨਹੀਂ, 2 ਵਾਰ ਨਹੀਂ, 3 ਵਾਰ ਰੱਦ ਕਰ ਚੁੱਕੇ ਆ, ਔਰ ਇਹਨਾਂ ਨੂੰ ਬਾਰ-ਬਾਰ ਸੁਨੇਹਾ ਦੇ ਚੁੱਕੇ ਆ ਵੀ ਤੁਹਾਡੀ ਇਹ ਪ੍ਰਪੋਜ਼ਲ ਸਾਨੂੰ ਮਨਜ਼ੂਰ ਨਹੀਂ। ਰੱਦ ਕੀਤੇ ਬਿਨਾਂ ਖੇਤੀ ਕਾਨੂੰਨਾਂ ਤੋਂ ਕੋਈ ਹੋਰ ਸਾਡੇ ਕੋਲ ਚਾਰਾ ਨਹੀਂ ਹੈਗਾ, ਨਾ ਹੀ ਅਸੀਂ ਇਹ ਤੋਂ ਬਿਨਾਂ ਕੋਈ ਮੰਨਣ ਵਾਲੇ ਆ। ਪਰ ਬਾਵਜੂਦ ਇਸ ਦੇ ਉਹਨੂੰ ਕਰੋਨਾ ਦੀ ਆੜ ਦੇ ਵਿੱਚ ਜੇ ਕਹਿਣਾ ਚਾਹੁੰਦੇ ਆ ਤਾਂ ਫਿਰ ਉੱਥੇ ਪਿੱਛੇ ਜੇ ਕਿਸਾਨ ਆਗੂਆਂ ਦਾ ਬਿਆਨ ਵੀ ਆਇਆ ਸੀਗਾ ਵੀ ਕਰੋਨਾ ਦੇ ਖੌਫ ਨਾਲੋਂ ਸਾਨੂੰ ਖੇਤੀ ਕਾਨੂੰਨਾਂ ਦੇ ਭਵਿੱਖ ਮਰਨ ਦਾ ਜ਼ਿਆਦਾ ਡਰ ਆ। ਜੀ ਜੀ ਜੀ, ਬਿਲਕੁਲ ਸਹੀ। ਜਿਹੜਾ ਖੇਤੀ ਕਾਨੂੰਨਾਂ ਨਾਲ ਸਾਡਾ ਭਵਿੱਖ ਮਰ ਜਾਣਾ, ਆਉਣ ਵਾਲੀ ਪੀੜ੍ਹੀ ਤੇ ਜੋ ਅਸਰ ਹੋਣਾ ਆ, ਉਹਦਾ ਖੌਫ ਕਰੋਨਾ ਦੇ ਡਰ ਨਾਲੋਂ ਜ਼ਿਆਦਾ ਆ ਵੀ ਸਾਨੂੰ ਇਹ ਕਰੋਨਾ ਦਾ ਡਰ ਨਾ ਦਿਖਾਓ, ਇਹ ਨਾ ਦਿਖਾਇਆ ਜਾਵੇ। ਫਿਰ ਵੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਇਦਾਂ ਨਹੀਂ ਹੈ ਵੀ ਸਰਕਾਰ ਤੋਂ ਦੂਰ ਭੱਜਦੇ ਆ, ਸਰਕਾਰ ਦੀਆਂ ਗਾਈਡਲਾਈਨਾਂ ਦਾ ਅਸੀਂ ਪੂਰੀ ਪਾਲਣ ਕਰਦੇ ਆ। ਉੱਥੇ ਬਕਾਇਦਾ ਸਾਡੇ ਡਾਕਟਰ ਬੈਠੇ ਆ, ਜੇ ਕਿਸੇ ਨੂੰ ਵੀ ਕੋਈ 19-21 ਇਹੋ ਜਿਹੀ ਕੋਈ ਦਿਸਦੀ ਆ, ਕਿਸੇ ਦੇ ਵਿੱਚ ਲੱਛਣ ਦਿਖਦੇ ਆ ਜਾਂ ਕੋਈ ਬੰਦਾ ਬਿਮਾਰ ਹੁੰਦਾ ਹੈ ਤੇ ਉਹਦੇ ਲਈ ਉੱਥੇ ਡਾਕਟਰਾਂ ਦੀ ਟੀਮ ਮੌਜੂਦ ਆ। ਉਹਨੂੰ ਫਟਾਫਟ ਜਾਂ ਤਾਂ ਇਲਾਜ ਲਈ ਜੇ ਜ਼ਿਆਦਾ ਆ ਤਾਂ ਹਸਪੀਟਲ ਭੇਜਿਆ ਜਾਂਦਾ, ਤੇ ਜੇ ਕੁਛ ਉਹਨੂੰ ਮਾੜਾ ਮੋਟਾ ਲੱਗਦਾ ਤੇ ਉਹਨੂੰ ਫਿਰ ਘਰ ਪਿੰਡ ਭੇਜ ਦਿੱਤਾ ਜਾਂਦਾ ਤੇ ਤੂੰ ਆਰਾਮ ਕਰਕੇ ਆ। ਇਸ ਕਰਕੇ ਅਸੀਂ ਆਪਣੇ ਪ੍ਰੀਕਾਸ਼ਨ ਆਪਣੇ ਤੌਰ ਤੇ ਲੈ ਰਹੇ ਆ, ਸਾਨੂੰ ਕਰੋਨਾ ਦਾ ਡਰ ਨਾ ਦਿਖਾਓ। ਦੋਨੋਂ ਪਾਸੇ ਸਵਾਲ ਜਵਾਬ ਚੱਲ ਰਹੇ ਆ, ਗੱਲਬਾਤ ਵੱਲ ਨੂੰ ਤੋਰਾ ਕਿਸੇ ਦਾ ਨਹੀਂ ਹੈਗਾ। ਸਰਕਾਰ ਦਾ ਵੀ ਬਿਆਨਬਾਜ਼ੀ ਆ ਤੇ ਗੱਲਬਾਤ ਲਈ ਤਿਆਰ ਆ। ਕਿਸਾਨ ਕਹਿੰਦੇ ਸਾਨੂੰ ਇੱਕ ਵਾਰੀ ਠੋਸ ਪ੍ਰਪੋਜ਼ਲ ਦੁਬਾਰਾ ਦਿਓ ਤਾਂ ਸਹੀ, ਅਸੀਂ ਉਸੇ ਵੇਲੇ ਤੁਹਾਡੇ ਕੋਲ ਆਉਣ ਲਈ ਤਿਆਰ ਆ। ਪਰ ਠੋਸ ਪ੍ਰਪੋਜ਼ਲ ਉਹਨਾਂ ਦਾ ਉਹੀ ਆ ਵੀ ਅਸੀਂ ਉਹ ਕਹਿ ਚੁੱਕੇ ਆ। ਉਹਦੇ ਤੇ ਤੁਹਾਡਾ ਕੀ ਰਿਐਕਸ਼ਨ ਆ? ਰਿਐਕਸ਼ਨ ਹੁਣ 1 ਵਾਰੀ 2 ਵਾਰੀ ਥੋੜੀ ਨਾ, ਹੁਣ 3 ਵਾਰੀ ਤਾਂ ਦੇ ਚੁੱਕੇ ਰਿਐਕਸ਼ਨ। ਉਸ ਦੇ ਬਾਵਜੂਦ ਤੁਸੀਂ ਉਸੇ ਗੱਲ ਤੇ ਅੜੇ ਆ, ਤਾਂ ਫਿਰ ਇਹ ਗੱਲ ਕਿੱਥੋਂ ਕਿਸ ਹੱਦ ਤੱਕ ਚੰਗੀ ਲੱਗਦੀ ਆ? ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਅਸੀਂ ਵੀ ਜੇ ਉਹ ਵੀ ਉੱਥੇ ਅੜੀ ਰਵੇ, ਸਰਕਾਰ ਵੀ ਅੜੀ ਰਵੇ, ਗੱਲ ਕਿਤੇ ਤੁਰੇ ਨਾ, ਤੇ ਆਪਾਂ ਕਹੀਏ ਵੀ ਕਰੋਨਾ ਵੱਧ ਰਿਹਾ, ਤੇ ਫਿਰ ਕਰੋਨਾ ਦੇ ਵਧਣ ਤਾਂ ਤੁਹਾਨੂੰ ਡਰ ਆ, ਤਾਂ ਫਿਰ ਉਹਦੇ ਲਈ ਕੁਛ ਨਾ ਕੁਛ ਠੋਸ ਹੱਲ ਤਾਂ ਲੱਭਣਾ ਚਾਹੀਦਾ ਜੀ। ਅਵਤਾਰ ਜੀ, ਤੇ ਇੱਕ ਹਰਿਆਣਾ ਦੇ ਮੰਤਰੀ ਨੇ ਵੀ ਖੇਤੀ ਮੰਤਰੀ ਨੂੰ ਪੱਤਰ ਲਿਖਿਆ, ਤੇ ਉਸ ਪੱਤਰ ਵਿੱਚ ਉਹਨਾਂ ਕੀ ਲਿਖਿਆ? ਬਿਲਕੁਲ ਜੀ, ਹਰਿਆਣਾ ਦੇ ਗ੍ਰਹਿ ਮੰਤਰੀ ਆ ਅਨਿਲ ਵਿਜ ਹੁਣੀ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਗੱਲਬਾਤ ਜਿਹੜੀ ਦੋਹਾਂ ਧਿਰਾਂ 'ਚ ਦੁਬਾਰਾ ਸ਼ੁਰੂ ਕਰਨ ਲਈ ਪੱਤਰ ਲਿਖਣ ਜਾ ਰਿਹਾ ਆ, ਤੇ ਮੇਰੀ ਕੋਸ਼ਿਸ਼ ਆ ਵੀ ਸਰਕਾਰ ਨੂੰ ਮੈਂ ਕਹਾਂ ਵੀ ਗੱਲਬਾਤ ਜਿਹੜੀ ਜਿੱਥੇ ਖੜੀ ਆ ਉਹਨੂੰ ਦੁਬਾਰਾ ਸ਼ੁਰੂ ਕੀਤੀ ਜਾਵੇ। ਇਸੇ ਸੰਦਰਭ 'ਚ ਉਹਨਾਂ ਨੇ ਪੱਤਰ ਲਿਖਿਆ ਤੋਮਰ ਸਾਹਿਬ ਉਹਨਾਂ ਨੂੰ ਬਈ ਇਹ ਗੱਲਬਾਤ ਦੁਬਾਰਾ ਚਲਾਈ ਜਾਵੇ, ਗੱਲਬਾਤ ਤੋਂ ਬਿਨਾਂ ਮਸਲੇ ਦਾ ਹੱਲ ਨਹੀਂ ਹੈਗਾ। ਕਰੋਨਾ ਦਾ ਜਿਹੜਾ ਦੌਰ ਆ ਉਹ ਭਿਆਨਕ ਤੋਂ ਭਿਆਨਕ ਰੂਪ ਧਾਰਨ ਕਰ ਰਿਹਾ। ਇਹ ਨਹੀਂ ਵੀ ਹਰਿਆਣੇ 'ਚ ਪਹਿਲਾਂ ਥੋੜੇ ਜਿਹੇ ਘੱਟ ਸੀ ਕੇਸ, ਉੱਥੇ ਵੀ ਹੁਣ ਗਿਣਤੀ ਵਧਣ ਲੱਗ ਪਈ ਆ, ਤੇ ਸੁਭਾਵਿਕ ਆ ਵੀ ਕੇਂਦਰ ਦੇ ਨਾਲ ਸੂਬਾ ਸਰਕਾਰਾਂ ਦੀ ਚਿੰਤਾ ਵੀ ਵਧਣੀ ਜ਼ਰੂਰੀ ਆ, ਕਿਉਂਕਿ ਉਹ ਬਾਰਡਰ ਹਰਿਆਣੇ ਦੇ ਨਾਲ ਲੱਗਦਾ ਆ, ਦਿੱਲੀ ਬਾਹਰਲੇ ਪਾਸੇ ਆ, ਤੇ ਉਹ ਹਰਿਆਣੇ ਦੇ ਵਿੱਚ ਹੀ ਗਿਣਿਆ ਜਾਊਗਾ। ਵੀ ਹਰਿਆਣੇ ਦੇ ਵਿੱਚ ਜੇ ਕਰੋਨਾ ਫੈਲਦਾ ਆ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਹੁਣ ਲੱਗਦਾ ਜੇ ਵਿਸਾਖੀ ਮੇਲਾ ਮਨਾਉਣ ਲਈ ਵੀ ਪਹੁੰਚਣਗੇ ਤੇ ਉੱਥੇ ਡਰ ਤਾਂ ਬਣਿਆ ਰਹੂਗਾ। ਇਸ ਡਰ ਨੂੰ ਜ਼ਾਹਰ ਕਰਨ ਲਈ, ਇਸ ਡਰ ਦਾ ਖਦਸ਼ਾ ਜ਼ਿਆਦੇ
ਹੋਣ ਕਰਕੇ ਅਨਿਲ ਵਿਜ ਹੁਣਾਂ ਨੇ ਚਿੱਠੀ ਲਿਖੀ ਆ ਵੀ ਇਸ ਗੱਲ ਨੂੰ ਦੁਬਾਰਾ ਸ਼ੁਰੂ ਕਰੋ, ਕਿਸਾਨਾਂ ਦੇ ਨਾਲ ਗੱਲਬਾਤ ਦੁਬਾਰਾ ਕਰਕੇ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੱਢਿਆ ਜਾਵੇ, ਨਹੀਂ ਤਾਂ ਫਿਰ ਕਿਤੇ ਇਹੋ ਜਿਹਾ ਕਰੋਨਾ ਹੋਰ ਭਿਆਨਕ ਰੂਪ ਧਾਰ ਗਿਆ ਤਾਂ ਸੰਭਾਲਿਆ ਔਖਾ ਜਾਣਾ ਆ। ਇਹਦੇ ਪਿੱਛੇ ਵੀ ਹੁਣ ਉਹਨਾਂ ਦੀ ਸਿਆਸੀ ਮਨਸ਼ਾ ਕੀ ਆ, ਗੱਲ ਉੱਥੇ ਆ ਜਾਂਦੀ ਵੀ ਕਰੋਨਾ ਦੀ ਆੜ ਦੇ ਵਿੱਚ ਜੇ ਉਹ ਕਹਿ ਰਹੇ ਵੀ ਤੁਸੀਂ ਅੰਦੋਲਨ ਖਤਮ ਕਰ ਦਿਓ, ਸਾਨੂੰ ਤੁਹਾਡੀ ਚਿੰਤਾ ਬਹੁਤ ਆ, ਤੇ ਚਿੰਤਾ 6 ਮਹੀਨਿਆਂ ਦੀ ਕਿਉਂ ਨਹੀਂ ਸੀਗੀ, ਹੁਣ ਕਰੋਨਾ ਦੇ ਕਰਕੇ ਹੀ ਕਿਉਂ ਆ? ਇੱਥੇ ਵੀ ਇੱਕ ਸਵਾਲ ਖੜਾ ਹੁੰਦਾ। ਚਿੰਤਾ ਹਮੇਸ਼ਾ ਰਹਿਣੀ ਚਾਹੀਦੀ ਆ, ਉਹ ਵੀ ਦੇਸ਼ ਦੇ ਨਾਗਰਿਕ ਆ, ਤੁਹਾਡੇ ਆਪਣੇ ਹੀ ਆ, ਤੁਹਾਨੂੰ ਵੋਟਾਂ ਪਾ ਕੇ ਬਣਾਈਆਂ। ਜੇ ਹੁਣ ਕਰੋਨਾ 'ਚ ਤੁਹਾਨੂੰ ਚਿੰਤਾ ਜ਼ਿਆਦੀ ਆ ਤਾਂ ਪਹਿਲਾਂ ਵੀ ਚਿੰਤਾ ਹੋਣੀ ਚਾਹੀਦੀ ਸੀ। ਜੇ ਵਾਕਈ ਚਿੰਤਾ ਹੈਗੀ ਆ ਤਾਂ ਫਿਰ ਇਹਨੂੰ ਤੁਸੀਂ ਕਿਸੇ ਮਸਲੇ ਦੇ ਨੇੜੇ ਤੇੜੇ ਕਨਕਲੂਜਨ ਤੇ ਪਹੁੰਚਣਾ ਸਰਕਾਰ ਦੀ ਹੀ ਪਹਿਲ ਬਣਦੀ ਆ। ਜੀ, ਤੇ ਅਵਤਾਰ ਜੀ ਅਗਲੇ ਮੁੱਦੇ ਦੀ ਪਹਿਲ ਕਰਾਂਗੇ ਆਪਾਂ, ਪਰ ਇਸ ਵੇਲੇ ਪ੍ਰੋਗਰਾਮ 'ਚ ਲੈਣੇ ਆ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਆਪਾਂ ਉਸ ਮੁੱਦੇ ਤੇ ਗੱਲ ਕਰ ਰਹੇ ਸੀ, ਕਿਸਾਨੀ ਅੰਦੋਲਨ ਕਿੱਥੇ ਪਹੁੰਚਿਆ, ਕੀ ਸਵਾਲ ਜਵਾਬ, ਕਿਹੜੀਆਂ ਚਿੱਠੀਆਂ ਪੱਤਰਾਂ ਦੇ ਜਵਾਬਾਂ ਦੀ ਉਡੀਕ ਹੋ ਰਹੀ ਹੈ। ਇਸੇ ਦਰਮਿਆਨ ਪੰਜਾਬ 'ਚ ਮਤਲਬ ਕਣਕ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਪਹਿਲਾਂ ਰੇੜਕਾ ਬਰਕਰਾਰ ਸੀ, ਫਿਰ ਹਾਂ ਤੇ ਨਾ ਦੇ ਚੱਕਰ 'ਚ ਫੈਸਲਾ ਹੋ ਗਿਆ ਵੀ ਖਰੀਦ ਕੀਤੀ ਜਾਏਗੀ। ਪਰ ਇਸ ਦਰਮਿਆਨ ਕਿਸਾਨਾਂ ਨੇ ਇੱਕ ਏਜੰਸੀ ਨੂੰ ਨਾ ਕਰ ਦਿੱਤੀ ਵੀ ਅਸੀਂ ਇਹਨਾਂ ਨੂੰ ਕਣਕ ਨਹੀਂ ਦੇਣੀ। ਉਹ ਕਿਹੜੀ ਏਜੰਸੀ ਹੈ ਤੇ ਕਿਉਂ ਨਾ ਕੀਤੀ? ਪਹਿਲਾਂ ਤਾਂ ਇਹ ਰਾਹਤ ਵਾਲੀ ਗੱਲ ਆ ਵੀ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਜਿਹੜੀ ਆ ਉਹ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਆ। ਆੜ੍ਹਤੀਆਂ ਨੂੰ ਮਨਾਉਣ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਹੱਦ ਤੱਕ ਸਫਲ ਵੀ ਹੋਏ ਆ। ਆੜ੍ਹਤੀਆਂ ਨੂੰ ਮਨਾ ਲਿਆ ਗਿਆ, ਪਰ ਇਸ ਸਭ ਦੇ ਪਿੱਛੇ ਜਿਹੜਾ ਉਹ ਕੇਂਦਰ ਦੀ ਧਮਕੀ ਕੰਮ ਕਰ ਗਈ ਜੀ। ਕੇਂਦਰ ਨੇ 2-3 ਗੇੜ ਜਿਹੜੇ ਇਹਨਾਂ ਨਾਲ ਗੱਲਬਾਤ ਵੀ ਕੀਤੀ ਆ, ਚਿੱਠੀ ਪੱਤਰ ਦਾ ਦੌਰ ਵੀ ਚਲਾਇਆ। ਉਹਦੇ ਵਿੱਚ ਸਾਫ਼ ਤੇ ਸਪਸ਼ਟ ਲਫ਼ਜ਼ਾਂ 'ਚ ਕਹਿਤਾ ਸੀਗਾ ਵੀ ਜੇ ਸਿੱਧੀ ਅਦਾਇਗੀ ਨਹੀਂ ਤਾਂ ਕਣਕ ਦੀ ਖਰੀਦ ਨਹੀਂ ਜੀ। ਇਸ ਗੱਲ ਨੂੰ ਮੁੱਖ ਰੱਖ ਕੇ ਫਿਰ ਇਹਨਾਂ ਨੇ ਦੇਖਿਆ ਵੀ ਹੁਣ ਚਾਰਾ ਕੋਈ ਨਹੀਂ, ਜੇ ਕੇਂਦਰ ਅੜ ਗਿਆ ਤੇ ਇਹਦਾ ਮਤਲਬ ਇਹ ਆ ਵੀ ਸਾਨੂੰ ਨਾ ਤਾਂ ਉਹਨੇ ਪੈਸੇ ਭੇਜਣੇ ਆ ਕਣਕ ਦੀ ਖਰੀਦਣ ਲਈ, ਤੇ ਅਸੀਂ ਕਿਸਾਨਾਂ ਨੂੰ ਕਿੱਥੇ ਦੇਵਾਂਗੇ। ਤੇ ਨਾਲ ਇਹਨਾਂ ਨੂੰ ਇਹ ਵੀ ਸਮਝ ਲੱਗ ਗਈ ਵੀ ਹੁਣ ਕੇਂਦਰ ਨੇ ਆਪਣੇ ਗਲੋਂ ਲਾਹ ਕੇ ਜਿਹੜੀ ਪੰਜਾਲੀ ਆ ਉਹ ਪੰਜਾਬ ਸਰਕਾਰ ਦੇ ਗਲ 'ਚ ਪਾਤੀ ਆ। ਉਹ ਹੁਣ ਮਰਦਾ ਕੀ ਨਾ ਕਰਦਾ, ਉਹ ਗੱਲ ਸੀਗੀ। ਪੰਜਾਬ ਸਰਕਾਰ ਪਹਿਲਾਂ ਤਾਂ ਅੜੀ ਰਹੀ, ਪਰ ਅੜੀ ਵੀ ਬਹੁਤ ਲੇਟ ਆ ਕੇ ਆ। ਪਹਿਲਾਂ ਇਹਨਾਂ ਨੇ ਵੀ ਇਹ ਕਿਹਾ ਸੀ ਵੀ ਕੋਈ ਨਹੀਂ ਜੀ ਅਸੀਂ ਕਰ ਲਾਂਗੇ, 6 ਮਹੀਨੇ ਹੋਰ ਦੇ ਦਿਓ, 6 ਮਹੀਨੇ ਹੋਰ ਦੇ ਦਿਓ। ਸ਼ੁਰੂ ਤੋਂ ਵਿਰੋਧ ਨਹੀਂ ਕੀਤਾ, ਸਗੋਂ ਉਹਨਾਂ ਦੇ ਹਾਂ 'ਚ ਹਾਂ ਮਿਲਾ ਕੇ ਸਮਾਂ ਮੰਗਦੇ ਰਹੇ। ਜਦੋਂ ਹੁਣ ਕਿਸਾਨ ਅੰਦੋਲਨ ਆ ਗਿਆ ਤੇ ਇਸ ਅੰਦੋਲਨ ਦੀ ਆੜ ਦੇ ਵਿੱਚ ਫਿਰ ਨਾ ਕਰਨ ਲੱਗ ਪਏ, ਤੇ ਉਹਦੇ ਵਿੱਚ ਵੀ ਸਰਕਾਰ ਦੀ 2 ਤਰ੍ਹਾਂ ਦੀ ਨੀਤੀ ਕੰਮ ਆ ਜਾਂਦੀ ਆ। ਪਰ ਦੋਗਲੀ ਨੀਤੀ ਅਪਣਾ ਲਈ ਇਹਨਾਂ ਨੇ। ਪਹਿਲਾਂ ਇਹਨਾਂ ਨੇ ਸਮਾਂ ਕਹਿੰਦੇ ਰਹੇ ਵੀ ਨਹੀਂ ਜੀ ਸਾਡੇ ਤੋਂ ਇਹ ਅਪਲੋਡ ਨਹੀਂ ਹੋਣਾ, ਰੈਵਨਿਊ ਰਿਕਾਰਡ ਜੇ ਉਹ ਜੋ ਵੀ ਬਹਾਨਾ ਲਾਉਂਦੇ ਰਹੇ ਵੀ ਸਾਨੂੰ 6 ਮਹੀਨੇ ਹੋਰ ਦਿਓ, ਕੇਂਦਰ ਵੀ ਦਿੰਦਾ ਰਿਹਾ। ਹੁਣ ਜਦੋਂ ਦੇਖਿਆ ਵੀ ਕਿਸਾਨ ਵਿਰੋਧ ਕਰ ਰਿਹਾ ਤੇ ਕਿਸਾਨਾਂ ਦਾ ਜਿਹੜਾ ਵਿਰੋਧ ਆ ਉਹ ਕਿਸੇ ਤਰ੍ਹਾਂ ਦਾ ਮੁੱਲ ਅਸੀਂ ਖਤਰਾ ਲੈ ਨਹੀਂ ਸਕਦੇ, ਤੇ ਫਿਰ ਇਹਨਾਂ ਨੇ ਸਪਸ਼ਟ ਕਰਤਾ ਸੀ ਪਰ ਨਹੀਂ ਜੇ ਅਸੀਂ ਸਿੱਧੀ ਅਦਾਇਗੀ ਕਰਨੀ ਹੀ ਨਹੀਂ। ਤੇ ਫਿਰ ਕੇਂਦਰ ਨੇ ਵੀ ਕਿਹਾ ਭਾਈ ਤੁਸੀਂ ਹਜੇ ਪਿਛਲੇ ਸਾਲ ਦੇ ਟਾਈਮ ਦੇ ਵਿੱਚ ਕਹਿ ਰਹੇ ਸੀ ਕਿ ਸਾਨੂੰ ਸਮਾਂ ਹੋਰ ਦੇ ਦਿਓ, ਅਸੀਂ ਕਰ ਦਾਂਗੇ, ਠੀਕ ਹੈ ਜੀ, ਅਦਾਇਗੀ ਸਿੱਧੀ ਹੋਣੀ ਚਾਹੀਦੀ ਆ। ਹੁਣ ਇਹੋ ਜਿਹਾ ਕਿਹੜਾ ਤੁਹਾਡੇ ਤੇ ਜ਼ੋਰ ਪੈ ਗਿਆ ਜਿਹੜਾ ਤੁਸੀਂ ਇਹਨੂੰ ਬਿਲਕੁਲ ਹੀ ਰੱਦ ਕਰ ਰਹੇ ਆ। ਸੋ ਕੇਂਦਰ ਉਸ ਗੱਲ ਨੂੰ ਲੈ ਕੇ ਬਿਲਕੁਲ ਅੜ ਗਿਆ ਸੀਗਾ, ਧਮਕੀ ਦੇ ਦਿੱਤੀ। ਤੇ ਫਿਰ ਕੈਪਟਨ ਸਾਹਿਬ ਵੀ ਕਹਿਣ ਲੱਗ ਪਏ ਵੀ ਆੜ੍ਹਤੀਆਂ ਨੂੰ ਮਨਾਈਏ ਕਿਸੇ ਤਰ੍ਹਾਂ। ਹੁਣ ਵੀ ਕਿਸਾਨ ਤਾਂ ਕੋਈ ਨਹੀਂ, ਕਿਸਾਨਾਂ ਨੇ ਤਾਂ ਸਿੱਧੀ ਅਦਾਇਗੀ ਜਾਣੀ ਆ। ਆੜ੍ਹਤੀਆਂ ਦਾ ਰੌਲਾ ਸੀਗਾ ਵਿੱਚ, ਉਹ ਆੜ੍ਹਤੀਆਂ ਨੂੰ ਵੀ ਇਹਨਾਂ ਨੇ ਮਨਾ ਲਿਆ। ਇੱਕ ਧੜਾ ਨਹੀਂ ਸੀ ਮੰਨਿਆ, ਦੂਸਰਾ ਇੱਕ ਧੜਾ ਮੰਨ ਗਿਆ ਸੀ, ਦੂਜਾ ਨਹੀਂ ਸੀ ਮੰਨਿਆ। ਦੂਜਾ ਵੀ ਮੰਨ ਗਿਆ ਵੀ ਚੱਲ ਕੋਈ ਨਹੀਂ, ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖ ਕੇ ਅਸੀਂ ਇਸ ਗੱਲ ਨੂੰ ਵੀ ਮੰਨ ਲੈਂਦੇ ਆ ਤੇ ਜਿਵੇਂ ਸਰਕਾਰ ਕਹਿੰਦੀ ਉਹਦੇ ਤੁਰ ਪੈਂਦੇ ਆ। ਸੋ 2 ਦਿਨ ਹੋ ਗਏ ਆ, ਵਧੀਆ ਤਰੀਕੇ ਨਾਲ ਖਰੀਦ ਚੱਲ ਰਹੀ ਆ। ਉਹਦੇ ਵਿੱਚ ਨਵਾਂ ਰੌਲਾ ਇੱਕ FCI ਦਾ ਆ, ਜਿਹਨੂੰ ਟੀਚਾ ਦਿੱਤਾ ਗਿਆ ਵੀ ਤੁਸੀਂ 20% ਕਣਕ ਦੀ ਖਰੀਦ ਪੰਜਾਬ 'ਚੋਂ ਕਰਨੀ ਆ। ਪਰ ਉਹਦੇ ਵਿੱਚ ਹੁਣ ਆੜ੍ਹਤੀਆਂ ਨੂੰ ਵੀ ਇਸ ਗੱਲ ਦਾ ਡਰ ਆ ਤੇ ਕਿਸਾਨਾਂ ਨੂੰ ਵੀ ਆ ਵੀ FCI ਨੇ ਜਿਹੜੇ ਆਪਦੇ ਮਾਪਦੰਡ ਬਹੁਤ ਸਖਤ ਰੱਖਣੇ ਆ। ਦੂਸਰਾ ਉਹਨੇ ਖੇਖਣ ਬਹੁਤ ਕਰਨੇ ਆ, ਨਖਰੇ 100 ਤਰ੍ਹਾਂ ਦੇ ਕਰਨੇ ਆ ਵੀ ਆਹ ਦਾਣਾ ਇਦਾਂ ਨਹੀਂ ਸੀ, ਆਹ ਕਣਕ ਮੋਟੀ ਸੀ, ਆਹ ਪਤਲੀ ਸੀ, ਆਹ ਜ਼ਿਆਦਾ ਨਮੀ ਸੀ, ਆਹ ਘੱਟ ਸੀਗਾ। ਉਹ ਉਸ ਗੱਲ ਨੂੰ ਲੈ ਕੇ ਆੜ੍ਹਤੀਆਂ ਔਰ ਕਿਸਾਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਕੀਤਾ ਇਦਾਂ ਵੀ ਅਸੀਂ FCI ਨੂੰ ਕਣਕ ਹੀ ਨਹੀਂ ਦੇਣੀ। ਇਹੀ ਗੱਲ ਹੈ ਵੀ ਹਜੇ 2 ਦਿਨ ਵਿੱਚ ਉਹਨਾਂ ਨੇ 266 ਮੀਟ੍ਰਿਕ ਟਨ ਹੀ ਖਰੀਦ ਕਰ ਸਕੀ ਆ FCI, ਬਾਕੀ ਏਜੰਸੀਆਂ ਖਰੀਦੀ ਜਾਂਦੀਆਂ। ਤੇ ਫਿਰ ਪ੍ਰਸ਼ਾਸਨ ਨੇ ਵੀ ਇਹ ਪ੍ਰਬੰਧ ਕਰਨਾ ਪਿਆ ਵੀ ਜਿੱਥੇ ਨਿਰੋਲ FCI ਦੀਆਂ ਹੀ ਮੰਡੀਆਂ ਆ, ਜਿੱਥੇ ਸਿਰਫ FCI ਨਹੀਂ ਹੀ ਖਰੀਦ ਕਰਨੀ ਹੁੰਦੀ, ਹੋਰ ਏਜੰਸੀਆਂ ਹੈ ਨਹੀਂ ਉੱਥੇ ਵੀ ਪੰਜਾਬ ਸਰਕਾਰ ਦੇ ਨਾਲ ਜਿਹੜੇ ਲੋਕਲ ਪ੍ਰਸ਼ਾਸਨ ਨੂੰ ਹੋਰ ਏਜੰਸੀਆਂ ਨੂੰ ਲਿਆ ਕੇ ਸ਼ਾਮਲ ਕਰਨਾ ਪਿਆ ਤਾਂ ਕਿ ਉੱਥੇ ਕਣਕ ਦੀ ਫਸਲ ਰੋਲੇ ਨਾ, ਕਿਸਾਨ ਖਰਾਬ ਨਾ ਹੋਵੇ। ਤੇ ਜੋ FCI ਨੂੰ ਨਹੀਂ ਦਿੰਦਾ ਤਾਂ ਕਣਕ ਫਿਰ ਪਈ ਰਹੂਗੀ ਤਾਂ ਉੱਥੇ ਖਰੀਦੂ ਕੌਣ? ਇਸ ਕਰਕੇ ਉਹ ਏਜੰਸੀਆਂ ਹੁਣ ਉੱਥੋਂ ਵੀ ਖਰੀਦਣ ਲੱਗ ਪਈਆਂ। FCI ਦਾ ਜਿਹੜਾ ਵਿਸ਼ਵਾਸ ਆ ਉਹ ਕਾਫੀ ਹੱਦ ਤੱਕ ਜਿਹੜਾ ਕਿਸਾਨਾਂ ਦੇ ਮਨਾਂ ਤੋਂ ਉੱਠ ਗਿਆ।
ਆੜਤੀਏ ਵੀ ਉਹਦੇ ਤੇ ਵਿਸ਼ਵਾਸ ਕਰਨੋਂ ਹਟ ਗਏ। ਸੈਂਟਰ ਦਾ ਜਿਹੜਾ ਏਜੰਡਾ ਆ ਉਹਨਾਂ ਇਹ ਸੀਗਾ ਪਹਿਲਾਂ ਵੀ ਐਫਸੀਆਈ ਨੂੰ ਖਤਮ ਕਰਨਾ, ਵੀ ਇਹ ਜਿਹੜੀ ਖਰੀਦ ਕਰਦੀ ਆ ਕੀ ਲੋੜ ਹੈ, ਇਹਨਾਂ ਨੂੰ ਬੰਦੇ ਖਤਮ ਹੀ ਕਰ ਦਿਓ। ਜਦੋਂ ਐਫਸੀਆਈ ਖਤਮ ਹੋ ਗਈ ਮੰਡੀਕਰਨ ਆਪੇ ਖਤਮ ਹੋ ਜਾਊਗਾ, ਕਿਉਂਕਿ ਐਫਸੀਆਈ ਦੇ ਸਿਰ ਤੇ ਹੁੰਦਾ। ਐਫਸੀਆਈ ਨੇ ਗਾਹਾਂ ਏਜੰਸੀਆਂ ਰੱਖੀਆਂ ਹੁੰਦੀਆਂ, ਸਿੱਧੀ ਖਰੀਦ ਉਹ ਵੀ ਨਹੀਂ ਕਰਦੀ, ਉਹਨੇ ਗਾਹਾਂ ਤੋਂ ਗਾਹਾਂ ਖਰੀਦ ਕਰਕੇ ਫਿਰ ਅੰਦਰ ਪੂਲ ਤੇ ਜਿਹੜਾ ਸੈਂਟਰ ਦਾ ਜਿਹੜਾ ਸਟਾਕ ਹੈ ਜਾਂ ਸਟੋਰੇਜ ਹੈ ਉੱਥੇ ਪਹੁੰਚਾਉਣਾ ਹੁੰਦਾ। ਤੇ ਜਦੋਂ ਹੁਣ ਇਹੋ ਜਿਹੀ ਸਥਿਤੀ ਬਣ ਗਈ ਜਿੱਥੇ ਵਿਸ਼ਵਾਸ ਹੀ ਨਹੀਂ ਰਿਹਾ, ਤੇ ਫਿਰ ਐਫਸੀਆਈ ਆਉਣ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਨਹੀਂ ਵੀ ਸ਼ਾਇਦ ਪੰਜਾਬ ਸਰਕਾਰ ਜਾਂ ਕਿਸਾਨ ਜਾਂ ਆੜ੍ਹਤੀ ਐਫਸੀਆਈ ਨੂੰ ਵੜਨ ਦੇਣਗੇ, ਪਰ ਬਿਨਾਂ ਐਫਸੀਆਈ ਤੋਂ ਫਿਰ ਮੰਡੀਕਰਨ ਵੀ ਨਹੀਂ ਚੱਲਣਾ, ਕਿਉਂਕਿ ਕੇਂਦਰ ਦਾ ਜਿਹੜਾ ਜਰੀਆ ਆਪਾਂ ਨੂੰ ਮਿਲਣ ਦਾ ਉਹ ਐਫਸੀਆਈ ਦਾ ਹੀ ਆ। ਹੋਰ ਏਜੰਸੀਆਂ ਲੋਕਲ ਜਿੰਨੀਆਂ ਮਰਜ਼ੀ ਮਾਰਕਫੈਡ ਹੋ ਗਈ, ਜਿਹੜੀ ਵੀ ਕਰਦੀ ਆ ਖਰੀਦ ਫਸਲਾਂ ਦੀ, ਜਿਹੜੀ ਮਰਜ਼ੀ ਵੇਅਰ ਹਾਊਸ ਵਾਲੇ ਆ ਉਹ ਵੀ ਕਰਦੇ ਆ, ਪਰ ਉਹ ਤਾਂ ਫਿਰ ਸਟੇਟ ਲੈਵਲ ਤੇ ਹੋ ਜਾਂਦੀ, ਉਹ ਗਾਹਾਂ ਫਿਰ ਐਕਸਪੋਰਟ ਕਰਦੇ ਜਾਂ ਗਾਹਾਂ ਅੱਗੇ ਸਟੋਰ ਕਰਦੇ ਸੈਂਟਰ ਜਾ ਕੇ। ਸਿੱਧੀ ਜਿਹੜੀ ਖਰੀਦ ਕਰਨੀ ਉਹ ਐਫਸੀਆਈ ਦੀ ਹੁੰਦੀ। ਪਹਿਲਾਂ ਤਾਂ ਉਹਦਾ ਕੋਟਾ ਹੀ ਘਟਾਤਾ, ਹੁਣ ਕੋਟਾ ਘਟਾਉਣ ਦੇ ਬਾਅਦ ਜਦੋਂ ਉਹਨੂੰ ਹੁਣ ਕਣਕ ਦੀ ਫਸਲ ਨਹੀਂ ਦੇਣੀ ਤੇ ਉਹਦਾ ਕੋਟਾ ਜਿਹੜਾ ਪੂਰਾ ਵੀ ਨਹੀਂ ਹੋਣਾ, ਤੇ ਫਿਰ ਨੈਚੁਰਲੀ ਉਹਨੇ ਗਾਹਾਂ ਕਹਿਣਾ ਭਾਈ ਮੈਨੂੰ ਤਾਂ ਫਸਲ ਮਿਲਦੀ ਨਹੀਂ, ਮੈਂ ਕੀ ਕਰਨਾ ਆ ਕੇ। ਤੇ ਇਹਦੇ 'ਚ ਨੁਕਸਾਨ ਆੜ੍ਹਤੀਆਂ ਦਾ ਕਿਸਾਨਾਂ ਦਾ ਵੀ ਹੋਣਾ ਜੇ ਆਪਾਂ ਉਹਨੂੰ ਬਿਲਕੁਲ ਹੀ ਦਰਕਿਨਾਰ ਕਰਦੇ ਹਾਂ, ਜੇ ਉਹਨੂੰ ਨਕਾਰ ਦਿੰਦੇ ਆ ਨਾ ਵੀ ਨਹੀਂ ਲੈਣਾ, ਤੇ ਉਹਦਾ ਨੁਕਸਾਨ ਹੋਊਗਾ, ਕਿਉਂਕਿ ਜੋ ਸੈਂਟਰ ਨੇ ਕਹਿਣਾ ਦੇਖੋ ਸਾਡੀ ਏਜੰਸੀ ਖਰੀਦੀ ਕੋਈ ਨਹੀਂ, ਤੁਸੀਂ ਆਪਦੀਆਂ ਏਜੰਸੀਆਂ ਨਾਲ ਖਰੀਦਦੇ ਆ, ਖਰੀਦ ਲਓ, ਜੋ ਹੋਊਗਾ ਅਸੀਂ ਲੈ ਲਾਂਗੇ, ਸਾਡੇ ਕੋਲ ਜਿੰਨਾ ਪੂਲ ਜਾਂ ਘਟੂਗਾ ਸਟੋਰੇਜ ਚੋਂ, ਜਾਂ ਸਾਨੂੰ ਕੋਈ ਕਣਕ ਦੀ ਫਸਲ ਦੀ ਜਾਂ ਕਿਸੇ ਹੋਰ ਫਸਲ ਦੀ ਘਾਟ ਨਜ਼ਰ ਆਊਗੀ ਤੁਹਾਡੇ ਕੋਲ ਲੈ ਲਾਂਗੇ, ਨਹੀਂ ਤਾਂ ਪਈ ਰਹੂਗੀ ਤੁਹਾਡੇ ਕੋਲ। ਉਹ ਸਟੇਟ ਦੇ ਉੱਤੇ ਬਰਡਨ ਪੈਣ ਵਾਲੀ ਗੱਲ ਹੁੰਦੀ ਆ। ਇਹ ਵੀ ਇੱਕ ਟਕਰਾਅ ਵਾਲੀ ਸਥਿਤੀ ਜਿਹੜੀ ਆ ਨਹੀਂ ਹੋਣੀ ਚਾਹੀਦੀ ਆ। ਇਹਨੂੰ ਸੁਚਾਰੂ ਢੰਗ ਨਾਲ ਤਾਂ ਹੀ ਚਲਾਇਆ ਜਾ ਸਕਦਾ ਜੇ ਐਫਸੀਆਈ ਤੇ ਬੋਝ ਪਾ ਦੇਵੇ, ਉਹਨੂੰ ਜਿੰਨਾ ਵੱਧ ਤੋਂ ਵੱਧ ਦੇ ਕੇ, ਤਾਂ ਕਿ ਉਹ ਤੋਂ ਪੈਸਾ ਆਪਾਂ ਲੈ ਸਕੀਏ, ਤਾਂ ਉਹ ਸੈਂਟਰ ਤੋਂ ਸਾਨੂੰ ਪੈਸਾ ਲੈ ਕੇ ਦਊਗੀ। ਇਹ ਟਕਰਾਅ ਵਾਲੀ ਸਥਿਤੀ ਬਣੀ ਹੋਈ ਆ। ਫਿਲਹਾਲ ਸਿੱਧੀ ਅਦਾਇਗੀ ਜਿਹੜੀ ਹੈ ਸਰਕਾਰ ਨੇ ਮੰਗਲਵਾਰ ਵਿਸਾਖੀ ਵਾਲੇ ਦਿਨ ਇਹਨਾਂ ਨੂੰ ਸ਼ੁਰੂ ਕਰ ਦੇਣੀ ਆ। ਮੈਨੂੰ ਲੱਗਦਾ ਇਹ ਵੀ ਕੈਪਟਨ ਸਾਹਿਬ ਵੀ ਜਿਹੜੇ ਆ, ਜਿੱਦਾਂ ਕੇਂਦਰ ਸਰਕਾਰ ਕਰਦੀ ਹੁੰਦੀ ਨਾ ਕੋਈ ਜੇ ਕਰਨਾ ਹੁੰਦਾ ਤਾਂ ਸ਼ੋਸ਼ਾ ਛੱਡ ਦੇਣਾ, ਬੜਾ ਵੱਡੇ ਪੱਧਰ ਤੇ ਉਹਦਾ ਮੀਡੀਆ ਖਲਾ ਕਰ ਦੇਣਾ ਤੇ ਆਹ ਕਰਨ ਲੱਗੇ ਆ, ਜਾਂ ਤਾਂ ਪਤਾ ਨਹੀਂ ਬਟਨ ਦਬਾ ਕੇ ਕਰਨਗੇ ਸਿੱਧੀ ਅਦਾਇਗੀ, ਜਾਂ ਕੁਝ ਹੋਰ ਕਰਨਗੇ, ਇਹ ਤਾਂ ਸਮਾਂ ਅਜੇ ਪਤਾ ਨਹੀਂ ਕਿਵੇਂ ਕਰਦੇ ਆ। ਪਰ ਮੰਗਲਵਾਰ ਦਾ ਦਿਨ ਜ਼ਰੂਰ ਰੱਖਿਆ ਵੀ ਉਦਣ ਤੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਕਣਕ ਦੀ। ਮੰਗਲ ਨੂੰ ਮੰਗਲ ਦਾ ਕੰਮ ਕਰਨਾ, ਮੰਗਲ ਨੂੰ ਮੰਗਲ ਦਾ ਕੰਮ ਕਰੂਗੇ ਸਿੱਧੀ ਅਦਾਇਗੀ ਦਾ। ਤੇ ਖਰੀਦ ਜਿਹੜੀ ਆ ਉਹ ਵੀ ਘੱਟੋ ਘੱਟ 68-69,000 ਮੀਟ੍ਰਿਕ ਟਨ ਦੇ ਕਰੀਬ ਖਰੀਦ ਹੋ ਚੁੱਕੀ ਆ, ਚੱਲ ਰਹੀ ਆ। ਹੌਲੀ ਹੌਲੀ ਜਦੋਂ ਨਿਕਲੂਗੀ, ਸਮਾਂ ਅਜੇ 2 ਹੀ ਦਿਨ ਹੋਏ ਆ, ਮੰਡੀਆਂ 'ਚ ਆਉਣੀ ਕਣਕ, ਮਾਝੇ ਵਾਲੇ ਪਾਸੋਂ ਥੋੜੀ ਜਿਹੀ ਘੱਟ ਆ, ਬਾਕੀ ਥਾਵਾਂ ਤੋਂ ਹੋਰ ਆ ਰਹੀ ਆ। ਇਹਨੇ ਜ਼ੋਰ ਫੜਨਾ ਹੋਰ ਕਣਕ ਨੇ ਜੀ। ਤੇ ਇਸ ਵੇਲੇ ਜ਼ੋਰ ਪੁਲਿਸ ਦਾ ਕਿੱਥੇ ਲੱਗਾ ਹੋਇਆ ਹੈ? ਲੱਖਾ ਸਿਧਾਨਾ ਤੇ ਇਨਾਮ ਹੈ, ਉਹ ਖੁੱਲ੍ਹੇਆਮ ਮੋਰਚੇ 'ਚ ਵੀ ਸ਼ਾਮਿਲ ਹੋ ਜਾਂਦਾ ਹੈ, ਤੇ ਪਰ ਉਹਨੂੰ ਫੜਨ ਦੀ ਬਜਾਏ ਉਹਦੇ ਪਰਿਵਾਰ ਨੂੰ ਪੁਲਿਸ ਕਿਉਂ ਫੜ ਰਹੀ ਹੈ? ਇਹ ਤਾਂ ਫਿਰ ਉਹ ਗੱਲ ਹੈ ਨਾ, ਇਹ ਹੱਥ ਨਾ ਆਪਣੇ ਥੂ ਕੌੜੀ ਵਾਲੀ ਗੱਲ ਆ ਵੀ ਲੱਖਾ ਸਿਧਾਨਾ ਦੇ ਉੱਤੇ 1 ਲੱਖ ਦਾ ਇਨਾਮ ਦਿੱਲੀ ਪੁਲਿਸ ਨੇ ਰੱਖਿਆ। ਦਿੱਲੀ ਦੇ ਸਿੰਘੂ ਬਾਰਡਰ ਤੇ ਉਹ ਨੌਜਵਾਨਾਂ ਦਾ ਕਾਫਲਾ ਲੈ ਕੇ ਜਾਂਦਾ ਆ, ਉੱਥੇ ਜਾ ਕੇ ਪੂਰਾ ਲਾਮਬੰਦੀ ਕਰਕੇ ਜਾਂਦਾ ਆ, ਕਿਉਂਕਿ ਦੂਸਰੇ ਦਿਨ KMP ਜਿਹੜਾ ਬੰਦ ਕਰਨਾ ਹੁੰਦਾ, ਜਾਮ ਕਰਨਾ ਸੀਗਾ। ਕਿਸਾਨਾਂ ਨੇ ਵੀ ਸੱਦਾ ਦਿੱਤਾ ਸੀਗਾ ਵੀ ਹੁਣ ਜਿਹੜਾ ਲੱਖਾ ਸਿਧਾਨਾ ਸਾਡੇ ਮੋਰਚੇ ਦਾ ਹਿੱਸਾ ਆ, ਕਿਸਾਨ ਮੋਰਚੇ 'ਚ ਆਊਗਾ। ਦੇਰ ਰਾਤ ਪਹੁੰਚਦਾ ਆ। ਉੱਥੋਂ ਬਾਅਦ ਚਲੋ ਉਹ ਤਾਂ ਇਹਨਾਂ ਦੇ ਲਈ ਤਾਂ ਭਗੌੜਾ ਹੈ ਤੇ ਇਹਨਾਂ ਤੋਂ ਬਚਣਾ ਵੀ ਆ, ਪਰ ਦਿੱਲੀ ਪੁਲਿਸ ਜਿਹੜੀ ਆ ਉਹ ਬਠਿੰਡੇ ਵੀ ਫਿਰਦੀ ਰਹੀ ਸੀ। ਮਹਿਰਾਜ ਜਦੋਂ ਰੈਲੀ ਕੀਤੀ ਉੱਥੇ ਵੀ ਘੁੰਮਦੀ ਰਹੀ ਸੀ, ਉੱਥੇ ਵੀ ਉਹ ਹੱਥ ਨਹੀਂ ਪਾ ਸਕੀ। ਦਿੱਲੀ ਪਹੁੰਚਣ ਤੱਕ ਹਰਿਆਣੇ ਚ ਲੰਘ ਕੇ ਗਿਆ, ਅੰਬਾਲਾ, ਪਾਣੀਪਤ ਸਾਰੇ ਸਟੇਸ਼ਨ ਲੰਘ ਕੇ ਗਿਆ। ਫੁੱਲਾਂ ਦੀ ਬਰਖਿਆਂ ਨਾਲ ਸਵਾਗਤ ਹੁੰਦਾ ਰਿਹਾ ਉਹਦਾ। ਉਦੋਂ ਵੀ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪਿਆ, ਜਾਂ ਕੀ ਕੀਤਾ ਇਹ ਸਮਝ ਨਹੀਂ ਲੱਗੀ ਵੀ ਜਾਂ ਤਾਂ ਕਿਸਾਨਾਂ ਦੇ ਡਰ ਕਰਕੇ ਨਹੀਂ ਹੱਥ ਪਾਇਆ, ਜਾਂ ਕਿਸਾਨਾਂ ਨੇ ਉਹਨਾਂ ਨੂੰ ਲਾਗੇ ਨਹੀਂ ਆਉਣ ਦਿੱਤਾ। ਇਹ ਦੋਵੇਂ ਗੱਲਾਂ ਆ। ਪਰ ਉਹਦੇ ਪਰਿਵਾਰ ਨੂੰ ਤੰਗ ਕਰਨਾ, ਉਹਦੇ ਚਾਚੇ ਦੇ ਮੁੰਡੇ ਨੂੰ ਐ ਪਟਿਆਲਿਓਂ ਚੱਕ ਕੇ ਮੁੜ ਕੇ ਉਹਦੇ ਤੇ 3rd ਡਿਗਰੀ ਟੌਰਚਰ ਕਰਕੇ, ਬੁਰੀ ਤਰ੍ਹਾਂ ਤਸ਼ੱਦਦ ਕਰਕੇ ਉਹਨੂੰ ਇਸ ਕਦਰ ਜ਼ਖਮੀ ਕਰ ਦੇਣਾ ਵੀ ਉਹ ਵਿਚਾਰਾ ਗੰਭੀਰ ਹਾਲਤ ਦੇ ਵਿੱਚ ਹਸਪੀਟਲ 'ਚ ਪਿਆ ਆ। ਵਕਾਲਤ ਕਰਨ ਵਾਲਾ ਉਹ ਨੌਜਵਾਨ ਆ ਜਿਹਨੂੰ ਇਸ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ। ਸਵਾਲ ਇਹ ਤੇ ਉੱਠਦਾ ਹੈ ਕਿ ਦਿੱਲੀ ਦੀ ਪੁਲਿਸ ਪੰਜਾਬ ਵਿੱਚ ਆ ਕੇ ਬਿਨਾਂ ਪੰਜਾਬ ਪੁਲਿਸ ਨੂੰ ਦੱਸਿਆ, ਬਿਨਾਂ ਪੰਜਾਬ ਸਰਕਾਰ ਨੂੰ ਇਨਫੋਰਮ ਕੀਤਿਆਂ ਐਡੀ ਵੱਡੀ ਕਾਰਵਾਈ ਕਿਵੇਂ ਕਰ ਗਈ? ਇਹਦੇ ਤੇ ਸਵਾਲ ਜਿਹੜੇ ਲੱਖਾ ਸਿਧਾਣੇ ਨੂੰ ਨਹੀਂ ਵੀ ਚਾਹੁੰਦੇ ਸੀਗੇ, ਜਿਹੜੇ ਲੱਖਾ ਸਿਧਾਣਾ ਦੇ ਕਦੇ ਵਿਰੋਧੀ ਵੀ ਸੀਗੇ, ਉਹ ਵੀ ਇਸ ਵੇਲੇ ਸਿਧਾਣੇ ਦੇ ਹੱਕ 'ਚ ਤਾਂ ਹੀ ਖੜੇ ਹੋਏ ਆ ਤੇ ਪੰਜਾਬ ਪੁਲਿਸ ਤੇ ਸਵਾਲ ਉੱਠ ਰਿਹਾ। ਨਵਜੋਤ ਸਿੰਘ ਸਿੱਧੂ ਨੇ ਤਾਂ ਸਾਫ਼ ਕਹਿਤਾ ਵੀ ਪੰਜਾਬ ਸਰਕਾਰ ਨੂੰ ਮਮਤਾ ਬੈਨਰਜੀ ਤੋਂ ਸਿੱਖ ਲੈਣੀ ਚਾਹੀਦੀ ਆ, ਉਹਦੇ ਤੋਂ ਕੁਛ ਨਾ ਕੁਛ ਸਿੱਖਿਆ ਲੈਣੀ ਚਾਹੀਦੀ ਆ। ਵੀ ਉਹ ਦੇਖ ਲਓ, ਇਹ ਤਾਂ ਸਿਰਫ ਪੁਲਿਸ ਸੀ ਦਿੱਲੀ ਦੀ, ਉਹਨੇ ਤਾਂ CBI ਵਰਗੀ ਏਜੰਸੀ ਨੂੰ ਨਹੀਂ ਨੇੜੇ ਫਟਕਣ ਦਿੱਤਾ ਕਿ ਤੁਸੀਂ ਤੁਹਾਡੇ ਸੂਬੇ ਵਿੱਚ ਆ ਕੇ ਬੰਦੇ ਨੂੰ ਚੱਕ ਕੇ ਲੈ ਗਏ, ਉੱਥੇ ਟੌਰਚਰ ਕਰਕੇ ਤਸ਼ੱਦਦ ਕਰਕੇ ਛੱਡ ਕੇ ਬੁਰਾ ਹਾਲ ਕਰਤਾ ਉਹਦਾ, ਤੇ ਤੁਹਾਡੀ ਪੁਲਿਸ ਪੰਜਾਬ ਤੇ ਕੀ ਕਰਦੀ ਆ? ਇਹ ਵਾਕਈ ਪੰਜਾਬ ਦੇ ਅਧਿਕਾਰਾਂ ਤੇ ਇੱਕ ਡਾਕਾ ਸੀ। ਪੰਜਾਬ ਪੁਲਿਸ ਦੀ ਅਥਾਰਟੀ ਨੂੰ ਸਿੱਧਾ ਚੈਲੰਜ ਸੀਗਾ ਵੀ ਜਿਹੜੀ ਦਿੱਲੀ ਪੁਲਿਸ ਆ ਕੇ ਬਿਨਾਂ ਦੱਸਿਆ, ਅਮੂਮਨ ਏਦਾਂ ਹੁੰਦਾ ਨਹੀਂ
ਜੀ ਜਦੋਂ ਕਿਸੇ ਵੀ ਸਟੇਟ ਵਿੱਚ ਕਿਸੇ ਹੋਰ ਪੁਲਿਸ ਨੇ ਆ ਕੇ ਕਾਰਵਾਈ ਕਰਨੀ ਹੁੰਦੀ ਆ ਤੇ ਉੱਥੇ ਬਕਾਇਦਾ ਉਹਦੇ ਰੋਜ਼ਨਾਮੇ 'ਚ ਦੱਸਣਾ ਪਿਆ ਹੁੰਦਾ, ਵੱਡੇ ਅਧਿਕਾਰੀ ਨੂੰ ਸੂਚਿਤ ਕੀਤਾ ਜਾਂਦਾ। ਜੀ ਤੇ ਜੇ ਨਹੀਂ ਇਦਾਂ ਹੁੰਦਾ ਤੇ ਉੱਥੇ ਗਈ ਹੋਈ ਸਟੇਟ ਦੀ ਪੁਲਿਸ ਨਾਲ ਕੁਝ ਵਾਪਰ ਜਾਏ, ਜੀ ਉਹ ਸਟੇਟ ਜ਼ਿੰਮੇਵਾਰ ਨਹੀਂ ਹੁੰਦਾ। ਜੀ ਜੀ ਬਿਲਕੁਲ। ਰੱਬ ਨਾ ਕਰੇ ਜੇ ਉਸ ਦਿੱਲੀ ਪੁਲਿਸ ਨਾਲ ਇੱਥੇ ਆਇਆ ਨੂੰ ਜਾਂ ਪੰਜਾਬ 'ਚ ਜਾਂ ਹਰਿਆਣੇ 'ਚ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਵਾਪਰਦੀ ਤਾਂ ਫਿਰ ਕੌਣ ਜ਼ਿੰਮੇਵਾਰ ਹੁੰਦਾ? ਇਹ ਦਿੱਲੀ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਵੀ ਬਿਨਾਂ ਇਨਫੋਰਮ ਕੀਤਿਆਂ, ਬਿਨਾਂ ਕਿਸੇ ਨੂੰ ਨੋਟਿਸ ਦਿੱਤਿਆਂ ਇਹੋ ਜਿਹੀ ਵੱਡੀ ਕਾਰਵਾਈ ਕਰ ਗਏ। ਇਹ ਪੰਜਾਬ ਪੁਲਿਸ ਤੇ ਸਵਾਲ ਬਹੁਤ ਵੱਡਾ ਆ, ਪੰਜਾਬ ਸਰਕਾਰ ਦੇ ਵੀ ਬਹੁਤ ਵੱਡਾ ਆ। ਹੈਰਾਨੀ ਇਸ ਗੱਲ ਦੀ ਆ ਵੀ 2 ਦਿਨ ਹੋ ਗਏ ਨਾ ਤਾਂ ਪੰਜਾਬ ਪੁਲਿਸ ਦੇ ਕਿਸੇ ਦਾ ਕੋਈ ਰਿਐਕਸ਼ਨ ਆਇਆ ਤੇ ਨਾ ਪੰਜਾਬ ਸਰਕਾਰ ਨੇ ਰਿਐਕਸ਼ਨ ਦਿੱਤਾ ਹੈ। ਵਿਰੋਧੀ ਸਵਾਲ ਤੇ ਸਵਾਲ ਉਠਾ ਰਹੇ ਆ ਪਰ ਇਹਨਾਂ ਦਾ ਰਿਐਕਸ਼ਨ ਕੋਈ ਨਹੀਂ ਹੈਗਾ। ਹੁਣ ਅੰਦਰੋਂ ਗੱਲ ਕੀ ਨਿਕਲਦੀ ਆ ਇਹ ਨਹੀਂ ਪਤਾ, ਵੀ ਹੋ ਸਕਦਾ ਅੰਦਰ ਖਾਤੇ ਉਹਨਾਂ ਨੇ ਕਿਤੇ ਇਨਫੋਰਮ ਕੀਤਾ ਹੀ ਹੋਊਗਾ ਜਿਹੜਾ ਹਜੇ ਤੱਕ ਬੋਲੇ ਨਹੀਂ, ਪਰ ਅਜੇ ਕਿਤੇ ਕਲੀਅਰ ਮੀਡੀਆ 'ਚ ਆਈ ਨਹੀਂ ਗੱਲ ਪਈ ਉਹਨਾਂ ਨੇ ਇਨਫੋਰਮ ਕਰਕੇ ਆਏ ਜਾਂ ਚੋਰੀ ਛਿਪੇ ਆਏ ਆ। ਗੱਲ ਪਤਾ ਇਹੀ ਲੱਗਦੀ ਆ ਕਿ ਬਿਨਾਂ ਦੱਸਿਆ ਹੀ ਉਹ ਐਡੀ ਵੱਡੀ ਕਾਰਵਾਈ ਕਰ ਗਏ ਆ। ਇਹਦੇ ਲਈ ਜਵਾਬ ਪੰਜਾਬ ਸਰਕਾਰ ਨੂੰ ਵੀ ਤੇ ਪੰਜਾਬ ਪੁਲਿਸ ਨੂੰ ਵੀ ਦੇਣਾ ਪਊਗਾ। ਵਿਚਲੀ ਗੱਲ ਕੀ ਆ ਉਹ ਸਾਹਮਣੇ ਆਉਣੀ ਚਾਹੀਦੀ ਹੈ ਜੀ। ਤੇ ਇਸ ਵੇਲੇ ਅਵਤਾਰ ਜੀ ਅਗਲਾ ਮੁੱਦਾ ਜਿਹੜਾ ਹੈ ਨਾ ਉਹ ਸਥਿਤੀ ਨੂੰ ਹੋਰ ਭਿਆਨਕ ਬਣਾ ਰਿਹਾ ਹੈ ਕਿਉਂਕਿ ਟੀਕਾਕਰਨ ਦਾ ਸ਼ਸ਼ੋਪੰਜ ਬਰਕਰਾਰ ਹੈ। ਤੇ ਆਪਾਂ ਇਸ ਮੁੱਦੇ ਤੇ ਹੀ ਗੱਲਬਾਤ ਸ਼ੁਰੂ ਕਰਾਂਗੇ ਫਿਰ ਤੋਂ, ਪਰ ਇਸ ਵੇਲੇ ਪ੍ਰੋਗਰਾਮ 'ਚ ਬ੍ਰੇਕ ਦਾ ਇਸ਼ਾਰਾ ਹੋ ਗਿਆ, ਸੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ ਹੈ। ਅਵਤਾਰ ਸਿੰਘ ਸ਼ੇਰਗਿੱਲ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹ ਰਹੀ ਸੀ, ਜਿਹੜੀ ਸਥਿਤੀ ਬੜੀ ਡਰਾ ਰਹੀ ਹੈ ਉਹ ਹੈ ਕਰੋਨਾ। ਟੀਕਾਕਰਨ ਬਾਰੇ ਸ਼ਸ਼ੋਪੰਜ ਬਰਕਰਾਰ ਹੈ, ਮੁੱਖ ਮੰਤਰੀ ਤਿਆਰ ਹੈ, ਤੇ ਫਿਰ ਇਹ ਇੰਨਾ ਵੱਧ ਕਿਉਂ ਰਿਹਾ? ਬਿਲਕੁਲ ਜੀ, ਅੱਜ ਤੋਂ 1 ਸਾਲ ਪਹਿਲਾਂ ਕਰੋਨਾ ਤੇ ਸਿਆਸਤ ਹੋ ਰਹੀ ਸੀਗੀ। ਹੁਣ 1 ਸਾਲ ਬਾਅਦ ਕਰੋਨਾ ਲਈ ਬਣੀ ਵੈਕਸੀਨ ਤੇ ਸਿਆਸਤ ਹੋ ਰਹੀ ਆ। ਵੈਕਸੀਨੇਸ਼ਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸਾਹਮਣੇ। ਕਮੀ ਵੀ ਹੋਈ ਹੈ, ਇਹ 'ਚ ਕੋਈ ਸ਼ੱਕ ਨਹੀਂ। ਕਮੀ ਇਹਦੇ ਸਰਕਾਰ ਜਿੰਨਾ ਮਰਜ਼ੀ ਕਹੇ ਪਏ ਨਹੀਂ ਕੋਈ ਕਮੀ ਆ, ਪਰ ਕਮੀ ਹੈਗੀ ਆ। ਗੱਲ ਸਿਰਫ ਇੰਨੀ ਆ ਵੀ ਕਮੀ ਵਾਲੇ ਰਾਜ ਜਿਹੜੇ ਕਾਂਗਰਸੀ ਆ ਉਹ ਤਾਂ ਰੌਲਾ ਪਾ ਦਿੰਦੇ ਆ ਵੀ ਸਾਡੇ ਕੋਲ ਜੀ ਵੈਕਸੀਨ ਖਤਮ ਹੋ ਗਈ ਆ, ਤੇ ਜਿਹੜੇ ਇਹਨਾਂ ਦੇ ਆਪ ਦੇ ਬੀਜੇਪੀ ਵਾਲੇ ਰਾਜ ਆ ਉਹ ਹੁਣ ਵਿਚਾਰੇ ਕੀ ਕਰਨ, ਰੌਲਾ ਵੀ ਨਹੀਂ ਪਾਉਣ ਜੋਗੇ। ਜਦ ਕਿ ਉਹਨਾਂ ਦੇ ਸਟੇਟਾਂ ਦੇ ਵਿੱਚ ਵੀ ਵੈਕਸੀਨੇਸ਼ਨ ਕੇਂਦਰਾਂ ਦੇ ਬਾਹਰ ਵੱਡੇ ਵੱਡੇ ਪੋਸਟਰ ਲਾਤੇ ਗਏ ਆ ਵੀ ਵੈਕਸੀਨ ਆਊਟ ਆਫ ਸਟਾਕ। ਕਹਿ ਹੋ ਸਕਦੇ ਨਹੀਂ। ਹੁਣ ਇਹਦਾ ਮਤਲਬ ਇਹ ਨਹੀਂ ਵੀ ਜੇ ਹੁਣ ਯੂਪੀ ਦੇ ਵਿੱਚ ਵੈਕਸੀਨ ਦੀ ਕਮੀ ਆ ਗਈ ਤੇ ਯੂਪੀ ਸਰਕਾਰ ਨਹੀਂ ਕੁਝ ਬੋਲਦੀ ਤੇ ਉੱਥੇ ਕਮੀ ਨਹੀਂ ਹੈਗੀ, ਤੇ ਜੇ ਪੰਜਾਬ ਸਰਕਾਰ ਨੇ ਬੋਲ ਪਿਆ ਤੇ ਇੱਥੇ ਕਮੀ ਹੈ ਨਹੀਂ ਜਾਣ ਕੇ ਰੌਲਾ ਪਾ ਰਿਹਾ। ਇਦਾਂ ਦੀ ਗੱਲ ਨਹੀਂ ਹੈਗੀ ਆ। ਮਹਾਰਾਸ਼ਟਰ ਦੇ ਵਿੱਚ ਸ਼ੁਰੂ ਤੋਂ ਹੀ ਸਭ ਤੋਂ ਪਹਿਲਾਂ ਰੌਲਾ ਹੀ ਉੱਥੋਂ ਪਿਆ ਤੇ ਵੈਕਸੀਨ ਦੀ ਬਹੁਤ ਘਾਟ ਆ ਗਈ ਆ। ਪੰਜਾਬ ਨੇ ਵੀ ਹੁਣ ਤੱਕ ਕਹਿਤਾ ਵੀ ਸਾਡੇ ਕੋਲ 5 ਦਿਨ ਦਾ ਸਟਾਕ ਹੀ ਆ, ਜੇ ਆਪਾਂ ਰੋਜ਼ਾਨਾ 2 ਲੱਖ ਟੀਕਾ ਲਾਉਨੇ ਆ ਤਾਂ ਫਿਰ ਸਟਾਕ ਹੀ 3 ਦਿਨ ਦਾ ਰਹਿ ਜਾਂਦਾ। ਇਹ ਕਮੀ ਆਉਣ ਕਿਉਂ ਦਿੱਤੀ? ਸਰਕਾਰ ਨੂੰ ਚਾਹੀਦਾ ਸੀਗਾ, ਠੀਕ ਹੈ ਆਪਾਂ ਵਿਦੇਸ਼ਾਂ ਨੂੰ ਵੀ ਵੈਕਸੀਨ ਭੇਜਣੀ ਆ, ਮਨੁੱਖਤਾ ਦੇ ਭਲੇ ਦੀ ਗੱਲ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਆਪਾਂ ਨੂੰ ਕਰਨਾ ਵੀ ਚਾਹੀਦਾ ਆ। ਪਰ ਕੀ ਹੈ ਆਪਾਂ ਇਸ ਕਰਕੇ ਕੀਤਾ ਵੀ ਜੋ ਸਾਡੀ ਅਕਸ ਜਾਂ ਸਾਡੀ ਜਿਹੜੀ ਧੁੰਦਲੀ ਹੋਈ ਆ ਜਿਹੜੀ ਬਾਹਰ ਇਮੇਜ ਉਹਨੂੰ ਠੀਕ ਕਰਨ ਵਾਸਤੇ ਵੀ ਫਟਾਫਟ ਆਪਾਂ 80 ਦੇਸ਼ਾਂ ਨੂੰ ਐਕਸਪੋਰਟ ਕਰ ਦਿੱਤੀਆਂ। ਤੇ ਜੇ ਕਰਦੇ ਵੀ ਸੀਗੇ ਤਾਂ ਹੁਣ ਜਦੋਂ ਕੇਸ ਵਧਣ ਲੱਗ ਪਏ ਆ, ਫਰਵਰੀ ਮਾਰਚ ਤੋਂ ਵਧਣੇ ਸ਼ੁਰੂ ਹੋਏ ਆ, ਤੇ ਉਦੋਂ ਇਹਨਾਂ ਨੂੰ ਕੋਈ ਕਮੇਟੀ ਬਣਾ ਕੇ ਜਾਂ ਕੋਈ ਇਹੋ ਜਿਹਾ ਫੈਸਲਾ ਕਰਨਾ ਚਾਹੀਦਾ ਸੀਗਾ। ਵੀ ਹੁਣ ਲੱਗਦਾ ਮਾਹਰ ਤਾਂ ਡਾਕਟਰ ਦੱਸਦੇ ਰਹੇ ਸੀ ਨਾ ਵੀ ਇਹ ਕਰੋਨਾ ਦੀ ਦੂਜੀ ਲਹਿਰ ਆ, ਖਤਰਨਾਕ ਹੋ ਰਹੀ ਆ, ਵੱਧਦਾ ਜਾ ਰਿਹਾ, ਅਪ੍ਰੈਲ ਮਈ ਤੱਕ ਹੋਰ ਇਹਨੇ ਭਿਆਨਕ ਰੂਪ ਧਾਰ ਜਾਣਾ, ਤੇ ਉਦੋਂ ਹੀ ਐਕਸਪੋਰਟ ਰੋਕ ਦੇਣਾ ਚਾਹੀਦਾ ਸੀਗਾ। ਕਿਸੇ ਨੇ ਨਹੀਂ ਰੋਕਿਆ, ਮੇਰੇ ਖਿਆਲ ਹੁਣ ਵੀ ਨਹੀਂ ਰੋਕਿਆ। ਜੇ ਰਾਹੁਲ ਗਾਂਧੀ ਹੁਣੀ ਪੱਤਰ ਵੀ ਲਿਖ ਚੁੱਕੇ ਆ। ਨਹੀਂ ਵੈਸੇ ਕਿਤੇ ਮੈਂ ਦੇਖਿਆ ਸੀ ਕਿ ਰੋਕ ਲਗਾਈ ਗਈ ਹੈ ਕਿਸੇ ਖਾਸ ਵੈਕਸੀਨੇਸ਼ਨ ਦੀ। ਨਹੀਂ, ਉਹ ਵੈਕਸੀਨ ਹੋਰ ਚੀਜ਼ ਹੈ ਜਿਹਦੇ ਨਾਲ ਨਹੀਂ ਹੈਗੀ। ਇਹਦੀ ਵੈਕਸੀਨ ਦੇ ਵਿੱਚ ਰਾਹੁਲ ਗਾਂਧੀ ਨੇ ਵੀ ਚਿੱਠੀ ਪੱਤਰ ਲਿਖਿਆ ਹੈ ਵੀ ਤੁਸੀਂ ਇਹ ਦੇਸ਼ ਦੇ ਲੋਕਾਂ ਨੂੰ ਮਾਰ ਕੇ ਬਗਾਨਿਆਂ ਨੂੰ, ਵਿਦੇਸ਼ਾਂ ਨੂੰ ਤੁਸੀਂ ਵੈਕਸੀਨ ਐਕਸਪੋਰਟ ਕਰ ਰਹੇ ਆ, ਇਹ ਕਿਹੜਾ ਲੌਜਿਕ ਹੋਇਆ? ਪਰ ਹਾਲੇ ਲੱਗਦਾ ਨਹੀਂ ਉਹਦੇ ਕੋਈ ਗੌਰ ਕੀਤਾ ਆ। ਪਰ ਫਿਰ ਵੀ ਇਹਨਾਂ ਦੀ ਜਿਹੜੀ ਗੱਲ ਆ, ਸਰਕਾਰ ਵੱਲੋਂ ਦਾਅਵਾ ਇਹੀ ਆ ਵੀ ਸਾਡੇ ਕੋਲ ਪ੍ਰੋਡਕਸ਼ਨ ਬਹੁਤ ਹੈ ਵੈਕਸੀਨੇਸ਼ਨ ਦੀ, ਸਾਨੂੰ ਕਿਤੇ ਕਮੀ ਨਹੀਂ ਆਉਣ ਦਿੱਤੀ ਜਾਊਗੀ। ਪਰ ਇਸ ਦੇ ਬਾਵਜੂਦ ਵੀ ਆਪਾਂ ਦੇਖੀਏ ਤਾਂ ਕਰੋਨਾ ਦੀ ਜਿਹੜੀ ਭਿਆਨਕ ਸਥਿਤੀ ਆ ਉਹ ਸਾਫ਼ ਨਜ਼ਰ ਆ ਰਹੀ ਆ। ਈਵਨ ਕਿ ਜਿਹੜੇ ਸੰਸਕਾਰ ਜਿੱਥੇ ਹੁੰਦੇ ਆ ਸ਼ਮਸ਼ਾਨ ਘਾਟਾਂ ਦੇ, ਉੱਥੇ ਜਿਹੜੇ ਰੋਡਾਂ ਦੇ ਉੱਤੇ ਹੀ ਕਰਨ ਲੱਗ ਪਏ ਆ। ਬੈੱਡਾਂ ਦੀ ਇੰਨੀ ਘਾਟ ਆ, ICU ਦੀ ਇੰਨੀ ਘਾਟ ਆ ਵੀ ਲੋਕਾਂ ਨੇ ਜਿਹੜੇ ਲੌਬਿੰਗ ਬਣੀ ਹੁੰਦੀ ਆ, ਜਿਹੜੇ ਹਸਪੀਟਲਾਂ ਦੇ ਵਿੱਚ ਫ੍ਰੀ ਏਰੀਆ ਬਣਿਆ ਹੁੰਦਾ, ਉੱਥੇ ਉਹਨਾਂ ਨੇ ਮੰਜੇ ਡਾਹ ਕੇ ਬਿਸਤਰੇ ਬੈੱਡ ਵਗੈਰਾ ਲਾ ਕੇ ਤਾਂ ਮਰੀਜ਼ਾਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਆ। ਸਾਲ ਭਰ 'ਚ ਆਪਾਂ ਕੀ ਸਿੱਖਿਆ? ਇਹ ਗੱਲ ਵੱਡੀ ਆ ਵੀ ਉਦੋਂ ਵੀ ਕਹਿੰਦੇ ਸੀ ਸਾਡੇ ਕੋਲ ਜੀ ਇੱਕਦਮ ਕਰੋਨਾ ਨੇ ਅਟੈਕ ਕਰਤਾ ਤਾਂ ਸਿਹਤ ਸਹੂਲਤਾਂ ਦੀ ਘਾਟ ਰਹਿ ਗਈ। ਪਹਿਲੇ ਇੰਨੇ ਸਾਲਾਂ ਦਾ 76 ਸਾਲਾਂ 'ਚ ਕਿਸੇ ਨੇ ਤਵੱਜੋ ਨਹੀਂ ਦਿੱਤੀ, ਤੇ ਜੇ ਹੁਣ ਤਵੱਜੋ ਦਿੱਤੀ ਆ, ਨਵਾਂ ਫੰਡ ਵੀ ਰੱਖ ਦਿੱਤਾ ਆ, ਤਾਂ ਕੀ 1 ਸਾਲ ਦੇ ਵਿੱਚ ਆਪਾਂ ਵੈਂਟੀਲੇਟਰ ਹੀ ਨਹੀਂ ਪੂਰੇ ਮੰਗਾ ਸਕੇ?
ਸਾਜੋ ਸਮਾਨ ਹੀ ਉਦਾਂ ਦਾ ਨਹੀਂ ਮੰਗਾ ਸਕੇ, ਜਦ ਕਿ ਉਦੋਂ ਵੀ ਰੌਲਾ ਪੈਂਦਾ ਸੀਗਾ ਵੀ ਭੁੱਲ ਜਾਓ ਤੁਸੀਂ ਵੀ 2020 ਦੇ ਵਿੱਚ ਹੀ ਕਰੋਨਾ ਖਤਮ ਹੋ ਜਾਊਗਾ, ਇਹ 21 ਚ ਵੀ ਜਾ ਸਕਦਾ। ਜਦ ਇਹੋ ਜਿਹਾ ਰੌਲਾ ਪੈਂਦਾ ਸੀਗਾ, WHO ਵੀ ਕਹਿ ਰਿਹਾ ਸੀਗਾ, ਤੁਹਾਡੇ ਮਾਹਰ ਡਾਕਟਰ ਵੀ ਆਪਣੇ ਦੇਸ਼ ਦੇ ਕਹਿ ਰਹੇ ਸੀਗੇ, ਇਸ ਦੇ ਬਾਵਜੂਦ ਵੀ ਤੁਸੀਂ ਉਸ ਵੱਲ ਨੂੰ ਧਿਆਨ ਨਹੀਂ ਦਿੱਤਾ। ਫੰਡ ਜ਼ਰੂਰ ਸਿਹਤ ਦਾ ਬਹੁਤ ਵੱਡਾ ਰੱਖ ਲਿਆ, ਉਹਦੀ ਵਰਤੋਂ ਕਿੱਥੇ ਕੀਤੀ ਆ ਉਹ ਸਾਫ਼ ਦਿਖਦਾ ਵੀ ਲੋਕੀ ਜਿਹੜੇ ਇਸ ਵੇਲੇ ਆ ਸੜਕਾਂ ਦੇ ਉੱਤੇ ਮਰੀਜ਼ ਲੈ ਕੇ ਬੈਠੇ ਆ, ਉਹ ਮਜਬੂਰ ਹੋ ਰਹੇ ਆ ਕਿਉਂਕਿ ਹਸਪਤਾਲਾਂ ਦੇ ਵਿੱਚ ਜਗ੍ਹਾ ਖਤਮ ਹੋ ਗਈ ਆ, ਬੈੱਡ ਖਤਮ ਹੋ ਗਏ ਆ, ICU ਖਤਮ ਹੋ ਗਿਆ, ਵੈਂਟੀਲੇਟਰ ਨਹੀਂ ਮਿਲ ਰਿਹਾ, ਆਕਸੀਜਨ ਨਹੀਂ ਮਿਲ ਰਹੀ। ਕਈ ਥਾਵਾਂ ਤੇ ਤਾਂ ਲੋਕ ਮਰੀਜ਼ ਜੇ ਹਸਪੀਟਲ ਲੈ ਕੇ ਆਏ ਆ ਤੇ ਹਸਪੀਟਲਾਂ ਦੇ ਦਰਾਂ ਦੇ ਉੱਤੇ ਹੀ ਦਮ ਤੋੜਦੇ ਮਰੀਜ਼ ਦੇਖੇ ਜਾ ਰਹੇ ਆ। ਇਹੋ ਜਿਹੀ ਭਿਆਨਕ ਸਥਿਤੀ ਨੂੰ ਸਰਕਾਰ ਨੂੰ ਪਹਿਲਾਂ ਜਦੋਂ ਸਾਲ ਪੂਰਾ ਲੰਘ ਰਿਹਾ ਸੀਗਾ ਉਦੋਂ ਟੈਕਲ ਕਰਨ ਵਾਸਤੇ ਇਹ ਨੀਤੀ ਤਿਆਰ ਕਰਨੀ ਚਾਹੀਦੀ ਸੀਗੀ ਵੀ ਹੋਵੇ ਨਾ ਇਹੋ ਜਿਹੀ ਦੁਬਾਰਾ, ਜਦੋਂ ਆਪਾਂ ਉਦੋਂ ਵੀ ਗੱਲ ਕਰਦੇ ਸੀਗੇ ਵੀ ਇਹੋ ਜਿਹੀ ਬਿਮਾਰੀ ਦੁਬਾਰਾ ਨਾ ਕਿਤੇ ਆਵੇ, ਸਾਨੂੰ ਉਹਦੇ ਲਈ ਤਿਆਰ ਰਹਿਣਾ ਚਾਹੀਦਾ। ਤੇ ਆਪਾਂ 1 ਸਾਲ ਦੇ ਵਿੱਚ ਕੀ ਤਿਆਰੀ ਕੀਤੀ ਆ, ਬਹੁਤਾ ਦੂਰ ਨਹੀਂ ਜਾਣਾ। ਆਪਾਂ ਜੇ ਦੇਖੀਏ ਤਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਦੇ ਗ੍ਰਹਿ ਜਿਹੜੇ ਸੂਬੇ ਆ, ਗੁਜਰਾਤ ਦੇ ਵਿੱਚ ਵੀ ਹਾਲਤ ਇਹੋ ਜਿਹੀ ਆ, ਉੱਥੇ ਕੋਈ ਵੱਖਰੀ ਹਾਲਤ ਨਹੀਂ ਆ, ਉੱਥੇ ਵੀ ਇਹੋ ਜਿਹੀ ਹਾਲਤ ਆ, ਬੈੱਡ ਨਹੀਂ ਮਿਲ ਰਹੇ, ICU ਪੂਰੇ ਤਰ੍ਹਾਂ ਭਰ ਗਏ ਆ, ਹਸਪੀਟਲਾਂ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਆ, ਲੋਕ ਪਰੇਸ਼ਾਨ ਹੋ ਰਹੇ ਆ ਮਰੀਜ਼ਾਂ ਨੂੰ ਲੈ ਕੇ ਜਾਣ ਵਾਸਤੇ। ਤੇ ਇਹਦੇ ਵਿੱਚ ਹੁਣ ਉਹਦੀ ਜਿਹੜੀ ਜਿੱਥੇ ਉਹ ਨਹੀਂ ਜਾ ਸਕਦੇ ਮਰੀਜ਼, ਇਹ ਲਾਗ ਨਾਲ ਫੈਲਦਾ ਆ, ਕੰਟੈਕਟ ਨਾਲ ਫੈਲਦਾ ਆ। ਤੇ ਜਦੋਂ ਮਰੀਜ਼ ਨਹੀਂ ਜਾ ਸਕਣਗੇ ਹਸਪੀਟਲ 'ਚ, ਉੱਥੇ ਆਈਸੋਲੇਸ਼ਨ ਵੱਖਰਾ ਨਹੀਂ ਹੋ ਸਕਣਗੇ, ਤਾਂ ਉਹਦੇ ਨਾਲ ਕੁਦਰਤੀ ਆ ਪਏ ਉਹ ਹੋਰ ਫੈਲੂਗਾ। ਤੇ ਇਹਦੇ ਲਈ ਪ੍ਰਬੰਧ ਆਪਾਂ 1 ਸਾਲ ਦੇ ਵਿੱਚ ਕੁਝ ਨਹੀਂ ਕੀਤਾ, ਆਪਾਂ ਕੋਈ ਸਬਕ ਨਹੀਂ ਸਿੱਖਿਆ ਜੋ ਸਾਨੂੰ ਕਰੋਨਾ ਨੇ ਸਿਖਾਉਣਾ ਚਾਹਿਆ। ਇਹ ਕੁਦਰਤੀ ਬਿਮਾਰੀ ਹੁੰਦੀ ਆ, ਕੁਦਰਤ ਦੀ ਕਹਿਰ ਹੁੰਦਾ ਆ, ਉਹਦੇ ਤੋਂ ਜੋ ਸਿੱਖ ਜਾਵੇ ਤੇ ਉਹਨੂੰ ਕੰਟਰੋਲ ਕਰ ਸਕਦਾ। ਜੇ ਨਹੀਂ ਸਿੱਖੇ ਤਾਂ ਫਿਰ ਕੋਈ ਨਹੀਂ ਕੰਟਰੋਲ ਕਰ ਸਕਦਾ। ਇਹਦੇ ਉਲਟਾ ਆਪਾਂ ਦੇਖੀਏ ਤਾਂ ਸਵੀਡਨ ਦੀ ਪ੍ਰਧਾਨ ਮੰਤਰੀ ਜਿਹਨੇ ਆਪਣੇ ਜਨਮ ਦਿਨ ਤੇ ਇੱਕ ਪਾਰਟੀ ਕੀਤੀ, ਉੱਥੇ ਰਿਸਟ੍ਰਿਕਸ਼ਨ ਸੀ, ਪਾਬੰਦੀਆਂ ਸੀਗੀਆਂ ਵੀ ਬਹੁਤੇ ਬੰਦੇ ਨਹੀਂ ਇਕੱਠੇ ਕਰਨੇ, ਫਿਰ ਵੀ ਉਹਨੇ ਇਕੱਠੇ ਕਰ ਲਏ। ਉਹਦੀ ਰਿਪੋਰਟ ਮੇਰੇ ਖਿਆਲ 10-15 ਦਿਨ ਬਾਅਦ ਨਿਕਲੀ ਆ ਤੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਕਰੋਨਾ ਕਾਲ ਦੇ ਵਿੱਚ ਆਹ ਕੰਮ ਕੀਤਾ ਤੇ ਉੱਥੇ ਉਹਨੂੰ ਘੱਟੋ ਘੱਟ 1.5 ਲੱਖ ਰੁਪਇਆ ਜੁਰਮਾਨਾ ਕੀਤਾ। ਇਹੋ ਜਿਹਾ ਕੰਮ ਭਾਰਤ 'ਚ ਹੋ ਸਕਦਾ? ਨਹੀਂ, ਕਦੀ ਵੀ ਨਹੀਂ ਹੋ ਸਕਦਾ। ਤੇ ਆਪਾਂ ਉਹ ਦੇਖੀਏ ਸਿਆਸੀ ਰੈਲੀਆਂ ਹੋ ਰਹੀਆਂ ਪੂਰੀਆਂ ਜ਼ੋਰ ਸ਼ੋਰ ਨਾਲ, 4 ਗੇੜ ਲੰਘ ਗਏ ਆ ਤੇ ਚੋਣ ਕਮਿਸ਼ਨ ਉਹਨੇ ਹੁਣ ਜਾਗੇ ਆ, ਕਹਿੰਦੇ ਜੇ ਇਹੋ ਜਿਹਾ ਭੀੜ ਰਹੀ ਤਾਂ ਮੈਂ ਚੋਣ ਰੈਲੀ ਤੇ ਪਾਬੰਦੀ ਲਾ ਦੂੰਗਾ। 4 ਗੇੜ ਲੰਘ ਗਏ, 3-4 ਰਾਜਾਂ 'ਚ ਹੋਰ ਵੀ ਚੋਣਾਂ ਖਤਮ ਹੋ ਗਈਆਂ ਤੇ ਚੌਥੇ ਗੇੜ ਤੋਂ ਬਾਅਦ ਚੋਣ ਕਮਿਸ਼ਨ ਕਹਿ ਰਿਹਾ ਵੀ ਪਾਬੰਦੀ ਲਾ ਦੂੰਗਾ। ਇਹ ਤੋਂ ਪਤਾ ਲੱਗਦਾ ਵੀ ਇਹ ਲੋਕਾਂ ਨੂੰ ਦਿਖਾਵੇ ਲਈ ਕਰ ਰਹੇ ਆ ਜਾਂ ਲੋਕਾਂ ਨੂੰ ਭਰਮਾਉਣ ਲਈ ਕਰ ਰਹੇ ਆ, ਜਾਂ ਜਿੱਥੇ ਮਰਜ਼ੀ ਸਾਡੀ ਆ ਤੇ ਉੱਥੇ ਅਸੀਂ ਕਹਿ ਦਈਏ ਰੌਲਾ ਪਾ ਦਈਏ, ਜਿੱਥੇ ਮਰਜ਼ੀ ਨਹੀਂ ਸਾਡੀ ਉੱਥੇ ਰੌਲਾ ਨਾ ਪਾਈਏ। ਇਸ ਦੌਰਾਨ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਸਵਾਲ ਕੀਤਾ ਜਾਂਦਾ ਵੀ ਚੋਣ ਕਮਿਸ਼ਨ ਨੇ ਕਿਹਾ ਆਪੇ ਜਦੋਂ ਰੈਲੀਆਂ ਕਰਨੀਆਂ ਤੇ ਉਦੋਂ ਤੁਸੀਂ ਸਾਰੀਆਂ ਪ੍ਰੀਕਾਸ਼ਨ ਲੈਣੀਆਂ, ਤੇ ਅਮਿਤ ਸ਼ਾਹ ਨੂੰ ਕਹਿੰਦੇ ਚਿੰਤਾ ਨਾ ਕਰੋ, ਸਾਰੇ ਆਪੋ ਆਪਣੀ ਪ੍ਰੀਕਾਸ਼ਨ ਲੈ ਰਹੇ ਆ, ਸਾਰੇ ਇਹਤਿਆਤ ਵਰਤ ਕੇ ਉੱਥੇ ਪਹੁੰਚਦੇ ਆ। ਗੱਲ ਖਤਮ ਹੋ ਗਈ। ਪ੍ਰਧਾਨ ਮੰਤਰੀ ਸਾਹਿਬ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦੇ ਆ, ਉਦੋਂ ਕਹਿੰਦੇ ਤੁਸੀਂ ਨਾਈਟ ਕਰਫਿਊ ਦਾ ਨਾਂ ਕਰੋਨਾ ਕਰਫਿਊ ਰੱਖ ਦਿਓ ਤਾਂ ਕਿ ਲੋਕਾਂ ਦੇ ਵਿੱਚ ਇੱਕ ਡਰ ਬਣਿਆ ਰਵੇ ਤੇ ਇੱਕ ਉਹਨਾਂ ਨੂੰ ਅਹਿਸਾਸ ਰਵੇ ਕਿ ਅਸੀਂ ਕਰੋਨਾ ਕਾਲ 'ਚ ਜੀ ਰਹੇ ਹਾਂ। ਤੇ ਇਹੋ ਜਿਹਾ ਕਰੋਨਾ ਕਰਫਿਊ ਰੱਖ ਕੇ ਜੇ ਅਹਿਸਾਸ ਹੋਵੇ ਲੋਕਾਂ ਨੂੰ ਤਾਂ ਫਿਰ ਇਹੋ ਜਿਹਾ ਤਾਮ-ਝਾਮ ਕਰਨ ਦੀ ਕੀ ਲੋੜ, ਉਹ ਕੀ ਆਪੇ ਸਮਝ ਜਾਣਗੇ। ਉਹਦੇ ਪ੍ਰਤੀ ਜਾਗਰੂਕਤਾ ਤਾਂ ਕਰਨੀ ਨਹੀਂ, ਤੁਸੀਂ ਫੈਲਾਉਣੀ ਨਹੀਂ, ਸਗੋਂ ਇਹੋ ਜਿਹਾ ਡਰ ਪੈਦਾ ਕੇ ਉਹਨਾਂ ਨੂੰ ਹੋਰ ਡਰਾਉਂਦੇ ਆ। ਤੇ ਪ੍ਰਧਾਨ ਮੰਤਰੀ ਦੇ ਨਾਲ ਹੀ ਉਹਨਾਂ ਦੇ ਸਿਹਤ ਮੰਤਰੀ ਦਾ ਬਿਆਨ ਨਹੀਂ ਮੇਲ ਖਾਂਦਾ। ਹਰਸ਼ ਵਰਧਨ ਹੁੰਦੀ ਕਹਿੰਦੇ ਸੀਗੇ ਵੀ ਕਰਫਿਊ ਔਰ ਇਹੋ ਜਿਹੇ ਲੋਕਡਾਊਨ ਕੋਈ ਕੰਮ ਨਹੀਂ ਕਰਦੇ। ਹੁਣ ਜਾਂ ਤਾਂ ਪ੍ਰਧਾਨ ਮੰਤਰੀ ਵਾਲੀ ਗੱਲ ਸਹੀ ਨਹੀਂ ਤੇ ਜਾਂ ਹਰਸ਼ ਵਰਧਨ ਵਾਲੀ ਗੱਲ ਸਹੀ ਨਹੀਂ। ਉਹ ਮੰਤਰੀ ਇੱਕੋ ਹੀ ਆ, ਬਿਮਾਰੀ ਵੀ ਇੱਕੋ ਹੀ ਆ ਤੇ ਬਿਆਨ ਦੋਨਾਂ ਦੇ ਵੱਖ-ਵੱਖ ਆ ਇੱਕੋ ਮੁੱਦੇ ਨੂੰ ਲੈ ਕੇ। ਉਹ ਕਹਿ ਰਹੇ ਕਰੋਨਾ ਕਰਫਿਊ ਤੁਸੀਂ ਲਾ ਰਹੇ ਬਹੁਤ ਵਧੀਆ, ਇਹਨੂੰ ਹੋਰ ਥੋੜਾ ਸਖਤ ਕਰੋ, 9 ਤੋਂ ਲੈ ਕੇ 5 ਤੱਕ ਕਰੋ, ਉਸ ਤੋਂ ਪਹਿਲਾਂ ਵੀ ਟਾਈਮ ਕਰ ਸਕਦੇ ਆ ਜਿੰਨੀ ਪ੍ਰੀਕਾਸ਼ਨ ਕਰਨੀ ਆ। ਤੇ ਹਰਸ਼ ਵਰਧਨ ਹੁਣ ਕਹਿ ਰਹੇ ਵੀ ਇਹ ਤਾਂ ਕੰਮ ਹੀ ਨਹੀਂ ਕਰਦਾ, ਤੇ ਫਿਰ ਹੁਣ ਕਿਹਦੀ ਗੱਲ ਮੰਨੀ ਜਾਵੇ। ਸੋ ਇਹਨਾਂ ਦੇ ਆਪਸੀ ਬਿਆਨ ਮਿਲਦੇ ਨਹੀਂ। ਵੈਕਸੀਨੇਸ਼ਨ ਦੀ ਘਾਟ ਚੱਲ ਰਹੀ ਆ ਤੇ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਟੀਕਾ ਉਤਸਵ ਮਨਾਓ। 4 ਦਿਨ ਟੀਕਾ ਉਤਸਵ ਦਾ ਰੱਖਿਆ ਗਿਆ ਤੇ ਜੇ ਟੀਕਾ ਉਤਸਵ ਮਨਾਉਣਾ ਤਾਂ ਫਿਰ ਟੀਕੇ ਨਾਲ ਹੀ ਮਨਾਇਆ ਜਾਊਗਾ ਨਾ, ਕੱਲਾ ਉਤਸਵ ਰਹਿ ਜਾਊਗਾ, ਟੀਕਾ ਕਿੱਥੇ ਗਿਆ ਫਿਰ? ਉਹ ਟੀਕਾ ਗਵਾਚ ਗਿਆ, ਟੀਕਾ ਪਹੁੰਚਣਾ ਨਹੀਂ ਤੇ ਉਤਸਵ ਵਿਚਾਰੇ ਫਿਰ ਉਹ ਜਦੋਂ ਇਕੱਠੇ ਹੋ ਕੇ ਫਿਰ ਉਤਸਵ ਤਾਂ ਇਕੱਠੇ ਹੋ ਕੇ ਮਨਾਇਆ ਜਾਂਦਾ ਤੇ ਫਿਰ ਟੀਕਾ ਵਿੱਚੋਂ ਕੱਢ ਦੋ, ਕੱਲਾ ਉਤਸਵ ਰਹੇਗਾ। ਫੇਰ ਕਹਿਣਾ ਤੁਸੀਂ ਪਾਬੰਦੀਆਂ ਦੀ ਧੱਜੀਆਂ ਉਡਾਈਆਂ। ਇਹ ਸਾਰਾ ਕੁਝ ਦੇਖ ਚਾਖ ਕੇ ਸਰਕਾਰ ਨੂੰ ਕੇਵਲ ਇੰਨਾ ਹੀ ਨਹੀਂ ਵੀ ਸਟੇਟਾਂ ਤੇ ਮੜ ਦਿਓ ਜੀ। ਹੁਣ ਜਿਹੜੀਆਂ ਟੀਮਾਂ ਭੇਜੀਆਂ ਸੀਗੀਆਂ ਸੈਂਟਰ ਨੇ ਉਹ 3 ਸਟੇਟਾਂ ਤੇ ਦੋਸ਼ ਲਾ ਗਈਆਂ। ਦੇਖੋ ਜੀ ਇਹਨਾਂ ਦੀ ਟੈਸਟਿੰਗ ਵੀ ਠੀਕ ਨਹੀਂ, ਇਹਨਾਂ ਦੀ ਟ੍ਰੀਟਿੰਗ ਵੀ ਠੀਕ ਨਹੀਂ, ਇਹਨਾਂ ਦੀ ਜਿਹੜੀਆਂ ਲਾਈਆਂ ਪਾਬੰਦੀਆਂ ਤੇ ਅਮਲ ਵੀ ਠੀਕ ਨਹੀਂ। ਇਹੋ ਜਿਹੇ ਦੋਸ਼ ਲਾ ਕੇ ਉਹ ਚਲ ਗਈਆਂ ਸੈਂਟਰ ਦੀਆਂ ਟੀਮਾਂ, ਪਰ ਉਹਨਾਂ ਨੇ ਇਹ ਨਹੀਂ ਜਾ ਕੇ ਦੱਸਿਆ ਵੀ ਉੱਥੇ ਬੋਰਡ ਵੀ ਲੱਗੇ ਆ ਵੀ ਵੈਕਸੀਨ ਹੈ ਨਹੀਂ। ਜੇ ਹੁਣ ਵੈਕਸੀਨ ਤੇ ਪੂਰਾ ਜ਼ੋਰ ਲੱਗਾ ਆ, ਕਿਉਂਕਿ ਪਹਿਲਾਂ ਤਾਂ ਸੀਗਾ ਵੀ ਕਰੋਨਾ ਦਾ ਪਤਾ ਹੀ ਨਹੀਂ ਸੀ ਨਾ ਵੀ ਕਿਵੇਂ ਹੋਣੀ ਆ, ਸਾਰਾ ਕੁਝ ਆਈਸੋਲੇਸ਼ਨ ਵਾਲਾ ਚੱਲਦਾ ਸੀਗਾ ਵੀ ਕੁਆਰੰਟੀਨ ਕਰ ਦਿਓ, ਆਈਸੋਲੇਸ਼ਨ ਵਾਲਾ ਕੰਮ ਆ। ਹੁਣ ਜਦੋਂ ਸਾਰਾ ਕੁਝ ਪਤਾ ਲੱਗ ਗਿਆ ਤਾਂ ਵੈਕਸੀਨੇਸ਼ਨ ਤੇ ਜ਼ੋਰ ਆ ਸਾਡਾ, ਤੇ ਉਹ ਰਿਪੋਰਟ ਕਿਉਂ ਨਹੀਂ ਦਿੱਤੀ ਜਾ ਕੇ
ਜੀ। ਵੀ ਫਲਾਣੇ ਸੂਬਿਆਂ ਦੇ ਵਿੱਚ ਤਾਂ ਤੁਹਾਡੀ ਵੈਕਸੀਨ ਨਹੀਂ ਪਹੁੰਚੀ। ਜੀ। ਇਹਦੇ ਵਿੱਚ ਇਕੱਲਾ ਇੱਕ ਪੰਜਾਬ ਨਹੀਂ, ਮਹਾਰਾਸ਼ਟਰ ਨਹੀਂ, ਯੂਪੀ, ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਇਹਨਾਂ ਕਈਆਂ ਸੂਬਿਆਂ ਦੇ ਵਿੱਚ ਵੈਕਸੀਨ ਦੀ ਘਾਟ ਆਊਗਾ। ਹੋ ਸਕਦਾ ਪ੍ਰੋਡਕਸ਼ਨ ਚੱਲ ਰਹੀ ਆ, ਪਹੁੰਚ ਵੀ ਜਾਊਗੀ, ਪਰ ਇਹਦੇ ਵਿੱਚ ਚੈਨ ਜਿਹੜੀ ਸਪਲਾਈ ਦੀ ਟੁੱਟੀ ਕਿਉਂ? ਜੀ। ਜਦ ਕੇਸ ਵੱਧ ਰਹੇ ਆ ਉਸ ਦੌਰਾਨ ਹੀ ਚੈਨ ਦਾ ਟੁੱਟਣਾ, ਇਹ ਆਪਣੇ ਆਪ ਦੇ ਵਿੱਚ ਲੋਕਾਂ 'ਚ ਜਿਹੜਾ ਕਰੋਨਾ ਨਾਲੋਂ ਇਹਦਾ ਡਰ ਜ਼ਿਆਦੇ ਆ ਵੀ ਜੇ ਵੈਕਸੀਨ ਆ ਗਈ ਤਾਂ ਹੁਣ ਦੁਬਾਰਾ ਇਸ ਚੈਨ ਨੂੰ ਟੁੱਟ ਗਈ ਆ, ਇਹਦਾ ਮਤਲਬ ਪ੍ਰੋਡਕਸ਼ਨ ਸਰਕਾਰ ਦੀ ਨਹੀਂ ਹੋ ਰਹੀ ਤੇ ਆਪਾਂ ਉਹਨੂੰ ਕਹਿੰਦੇ ਵੀ ਫਟਾਫਟ ਲਵਾਓ। ਫਿਰ ਇਹਦੇ ਵਿੱਚ ਹੁਣ ਤੁਸੀਂ 45 ਸਾਲ ਤੋਂ ਉੱਪਰ ਰੱਖਿਆ ਆ। ਜੀ। ਡਾਕਟਰਾਂ ਦਾ ਕਹਿਣਾ ਆ 25 ਸਾਲ ਤੋਂ ਉੱਪਰਲੇ ਜਿਹੜੇ ਆ ਇਸ ਨਵੀਂ ਲਹਿਰ ਦੇ ਦੂਜੀ ਲਹਿਰ ਦੇ ਵਿੱਚ ਜ਼ਿਆਦਾ ਪ੍ਰਭਾਵ ਪੈ ਰਿਹਾ, ਜ਼ਿਆਦਾ ਮੌਤਾਂ ਦੀ ਗਿਣਤੀ ਜਾਂ ਜ਼ਿਆਦਾ ਇਨਫੈਕਸ਼ਨ ਦੀ ਗਿਣਤੀ ਜਿਹੜੀ ਇਸ ਉਮਰ ਵਰਗ ਨੂੰ ਆ ਰਿਹਾ, ਤੇ ਉਹਦੇ ਬਾਰੇ ਫੈਸਲਾ ਲੈਣ 'ਚ ਇੰਨੀ ਦੇਰੀ ਕਿਉਂ ਆ? ਜੇ ਤੁਹਾਨੂੰ ਇਹਦੇ ਤੇ ਪੂਰੀ ਕਾਰਗਰ ਹੋ ਗਈ ਆ, ਵੈਕਸੀਨ ਕਾਰਗਰ ਹੋ ਵੀ ਰਹੀ ਆ, ਲਵਾ ਵੀ ਰਹੇ ਆ, ਖੁਦ ਲਵਾਇਆ, ਮੈਂ ਵੀ ਲਵਾਇਆ, ਸਾਰੇ ਵੀ ਲਵਾ ਰਹੇ ਆ, ਤੇ ਉਹਦੇ ਤੇ ਇਹਦਾ ਐਡਵਰਸ ਇਫੈਕਟ ਇੰਨਾ ਨਹੀਂ ਹੈਗਾ, ਤੇ ਫਿਰ ਉਹਨੂੰ ਸਾਰਿਆਂ ਲਈ ਖੋਲ ਦੇਣਾ ਚਾਹੀਦਾ। ਕੇਜਰੀਵਾਲ ਹੁਣੀ ਕਹਿ ਰਹੇ ਆ ਵੀ ਇੱਕ ਵਾਰੀ ਖੋਲ ਦਿਓ ਜੀ ਸਾਰਿਆਂ ਲਈ। ਖੁਦ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਵੀ ਇਹ ਸਾਰੇ ਵਰਗਾਂ ਲਈ ਖੋਲ ਦਿਓ। ਨਾ ਖੋਲੋ, ਸਿਰਫ ਬਾਲਗਾਂ ਤੋਂ ਉੱਪਰ ਕਰ ਦਿਓ, 18 ਸਾਲ ਤੋਂ ਉੱਪਰ, 25 ਸਾਲ ਤੋਂ ਉੱਪਰ ਕਰ ਦਿਓ। ਅਮਰੀਕਾ ਨੇ 16 ਸਾਲ ਤੋਂ ਉੱਪਰਲੇ ਖੋਲਤੇ ਆ, ਤੇ ਇੱਥੇ ਖੋਲਣ 'ਚ ਕੀ ਤੰਗੀ ਆ? ਇਹਦੇ ਬਾਰੇ ਵੀ ਸਾਰਾ ਕੁਝ ਸੋਚਣਾ ਪਊਗਾ। ਕੱਲੀ ਸਿਆਸਤ ਨਹੀਂ ਹੈਗੀ ਵੀ ਵੈਕਸੀਨ ਕਮੀ ਹੋ ਗਈ ਤੇ ਆ ਜਿਹੜਾ ਮੁੜ ਕੇ ਸਿਆਸਤ ਕਰਦੇ ਹੋ, ਨਹੀਂ ਜੀ ਜਾਣ ਕੇ ਦੋਸ਼ ਲਾ ਰਹੇ ਆ। ਇਹ ਸਾਰੀ ਜਿਹੜੀ ਸਥਿਤੀ ਆ ਸੈਂਟਰ ਦੇ ਅੰਡਰ ਆ, ਉਹਨੂੰ ਪੂਰੀ ਤਰ੍ਹਾਂ ਆਵਾਜ਼ ਕੇ ਨਿਗਰਾਨੀ ਕਰਕੇ ਇਹਦੇ ਤੇ ਅਮਲ ਕਰਨਾ ਪਊਗਾ ਜੀ। ਤੇ ਅਵਤਾਰ ਜੀ, ਪੰਜਾਬ ਦੀ ਸਥਿਤੀ ਬਾਰੇ ਤੁਹਾਡੇ ਕੋਲੋਂ ਜਾਣਾਂਗੇ ਤਾਜ਼ਾ ਹਾਲਾਤ, ਪਰ ਇਸ ਵੇਲੇ ਪ੍ਰੋਗਰਾਮ 'ਚ ਲੈਣੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਸਵਾਗਤ ਕਰਦੇ ਹਾਂ। ਤੇ ਅਵਤਾਰ ਜੀ, ਮੁੱਦੇ ਵੱਲ ਆਈਏ। ਪੰਜਾਬ ਦੀ ਸਥਿਤੀ ਕਰੋਨਾ 'ਚ ਕੀ ਕਹਿੰਦੀ ਪਈ ਹੈ ਇਸ ਵੇਲੇ? ਪੰਜਾਬ ਦੀ ਸਥਿਤੀ ਵੀ ਜਿਹੜੀ ਆ ਉਹ ਦੇਸ਼ ਭਰ ਦੇ ਵਿੱਚ ਇਸ ਵੇਲੇ ਦੂਜੇ ਨੰਬਰ ਤੇ ਖਰਾਬ ਸਥਿਤੀ ਵਿੱਚ ਆ ਰਿਹਾ ਜੀ। ਰੋਜ਼ਾਨਾ 50-60 ਮੌਤਾਂ ਹੋ ਰਹੀਆਂ ਔਰ 2500 ਤੋਂ 31-3200 ਤੱਕ ਰੋਜ਼ਾਨਾ ਦੇ ਕੇਸ ਆਉਣੇ ਸ਼ੁਰੂ ਹੋ ਗਏ ਆ ਜੀ। ਇਹਦੇ ਵਿੱਚ ਜ਼ਿਆਦਾਤਰ ਅਣਗਹਿਲੀ ਹੀ ਲੋਕਾਂ ਦੀ ਆ ਵੀ ਜਦੋਂ ਤਾਂ ਰਾਹਤ ਮਿਲਣ ਲੱਗ ਪਈ ਸੀਗੀ ਤੇ ਫਿਰ ਆਪਾਂ ਉਹ ਫੰਕਸ਼ਨ ਵਗੈਰਾ ਵੀ ਅਟੈਂਡ ਕਰਨ ਲੱਗ ਪਏ, ਫੰਕਸ਼ਨ ਅਰੇਂਜ ਵੀ ਕਰ ਲਏ, ਸਾਰਾ ਕੁਝ ਕਰਨ ਲੱਗ ਪਏ ਸੀਗੇ। ਉਸ ਗੱਲ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਵੀ ਲੋਕਾਂ ਦੀ ਅਣਗਹਿਲੀ ਜ਼ਿਆਦੇ ਆ। ਮਾਸਕ ਪਹਿਨਣਾ ਛੱਡ ਦਿੱਤਾ, ਸਮਾਜਿਕ ਦੂਰੀ ਹਟਾਤੀ ਆ, ਹੱਥ ਜਿਹੜੇ ਧੋਣੇ ਸੀ ਬਾਰ-ਬਾਰ, ਮੇਰੇ ਖਿਆਲ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕੁਤਾਹੀ ਵਰਤੀ ਜਾ ਰਹੀ ਆ, ਜਿਹਨੂੰ ਲੈ ਕੇ ਪੰਜਾਬ ਦੀ ਸਥਿਤੀ ਹੋਰ ਭਿਆਨਕ ਹੋਣ ਦਾ ਜਿਹੜਾ ਖਦਸ਼ਾ ਪ੍ਰਗਟਾਇਆ ਜਾ ਰਿਹਾ। ਇਸ ਗੱਲ ਨੂੰ ਲੈ ਕੇ ਸਿਹਤ ਮੰਤਰੀ ਹਰਸ਼ਵਰਧਨ ਹੋਰਾਂ ਨੇ ਵੀ ਪਿੱਛੇ ਜਿਹੇ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਕਿਸਾਨ ਅੰਦੋਲਨ ਨਾਲ ਤਾਂ ਜੋੜਿਆ ਹੀ ਸੀਗਾ, ਨਾਲ ਉਹਨਾਂ ਨੇ ਪੰਜਾਬ ਵਿੱਚ ਹਾਲੀਆ ਵਿੱਚ ਖਤਮ ਹੋਈਆਂ ਸਥਾਨਕ ਚੋਣਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਸੀ ਵੀ ਉਸ ਦੌਰਾਨ ਇਕੱਠ-ਕੁੱਠ ਵਗੈਰਾ ਬਹੁਤ ਹੋਏ ਸੀ ਤੇ ਉਹਨੂੰ ਲੈ ਕੇ ਜਿਹੜਾ ਇਹ ਇੱਕਦਮ ਫੈਲ ਗਿਆ। ਪਰ ਉਹਨਾਂ ਨੇ ਉਹ ਚੋਣਾਂ ਵਾਲੇ ਰਾਜਾਂ ਦਾ ਜ਼ਿਕਰ ਨਹੀਂ ਕੀਤਾ। ਉੱਥੇ ਜਦੋਂ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਤੇ ਉਦੋਂ ਵੀ ਉਹ ਗੱਲ ਨਹੀਂ ਸੀ ਚੱਲੀ ਪਈ, ਬਹੁਤ ਰੈਲੀਆਂ ਇਹਨਾਂ ਇਕੱਠ ਹੋ ਰਿਹਾ। ਉਸ ਤੋਂ ਬਾਅਦ ਹੁਣ ਉੱਥੇ ਵੀ ਲੱਗਣ ਲੱਗ ਪਿਆ ਵੀ ਬਿਹਾਰ ਦੇ ਵਿੱਚ ਕਰੋਨਾ ਪੈਰ ਪਸਾਰ ਰਿਹਾ, ਤੇ ਹੋ ਸਕਦਾ 2 ਮਈ ਤੋਂ ਬਾਅਦ ਬੰਗਾਲ ਵਰਗੇ ਜਿਹੜੇ 5 ਸੂਬੇ ਹੋਰ ਵੀ ਆ ਜਿੱਥੇ ਚੋਣਾਂ ਹੋਈਆਂ, ਉੱਥੇ ਵੀ ਇਹਦਾ ਕਰੋਨੇ ਦਾ ਜਿਹੜਾ ਫੈਲਾਅ ਹੋਣ ਲੱਗ ਪਵੇ। ਇਸ ਗੱਲ ਨੂੰ ਤਸਦੀਕ ਇਹਨਾਂ ਦੇ ਆਪਣੇ ਮੰਤਰੀ ਜਿਹੜੇ ਅਸਾਮ ਦੇ ਸੀ ਉਹਨਾਂ ਨੇ ਵੀ ਕਰ ਦਿੱਤੀ ਸੀ, ਜਦੋਂ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਸੀਗਾ ਵੀ ਜਦੋਂ ਅਸੀਂ ਕਹਾਂਗੇ ਨਾ ਵੀ ਕਰੋਨਾ ਬਹੁਤ ਜ਼ਿਆਦਾ ਆ ਉਦੋਂ ਹੀ ਹੋਣਾ, ਹੁਣ ਫਿਲਹਾਲ ਕੋਈ ਤੁਸੀਂ ਡਰਨ ਦੀ ਲੋੜ ਨਹੀਂ, ਮਾਸਕ ਵੀ ਪਾਉਣ ਦੀ ਲੋੜ ਨਹੀਂ, ਜਿੰਨਾ ਚਿਰ ਚੋਣਾਂ ਆ ਕਿਸੇ ਗੱਲ ਦੀ ਚਿੰਤਾ ਦੀ ਲੋੜ ਨਹੀਂ ਹੈਗੀ ਆ। ਜਦੋਂ ਅਸੀਂ ਕਹਾਂਗੇ ਵੀ ਕਰੋਨਾ ਵੱਧ ਗਿਆ ਉਦੋਂ ਤੁਸੀਂ ਆਪਣਾ ਪ੍ਰੀਕਾਸ਼ਨ ਵਰਤਣਾ ਸ਼ੁਰੂ ਕਰ ਦਿਓ। ਸੋ ਇਹੋ ਜਿਹੇ ਜਿਹੜੇ ਆਗੂ ਆ, ਇਹੋ ਜਿਹੇ ਮੰਤਰੀ ਆ ਜਿਹੜੇ ਭਰਮ ਫੈਲਾ ਦਿੰਦੇ ਆ, ਇਸ ਕਦਰ ਜਦੋਂ ਅਫਵਾਹ ਫੈਲਾਉਂਦੇ ਆ ਫਿਰ ਲੋਕ ਤਾਂ ਤੁਹਾਨੂੰ ਪਤਾ ਇੱਕਦਮ ਉਧਰ ਨੂੰ ਹੋ ਜਾਂਦੇ ਵੀ ਦੇਖ ਲਓ ਇਹਨਾਂ ਦਾ ਮੰਤਰੀ ਇੱਦਾਂ ਕਹਿ ਰਿਹਾ ਤਾਂ ਸਾਨੂੰ ਕੀ ਫਰਕ ਪੈਣ ਲੱਗਾ, ਤਾਂ ਉਹਨਾਂ ਵੱਲ ਵੀ ਇਹਨਾਂ ਨੂੰ ਲਗਾਮ ਕੱਸਣੀ ਚਾਹੀਦੀ ਆ। ਪੰਜਾਬ ਵਿੱਚ ਵੀ ਆਪਾਂ ਨੂੰ ਜੇ ਦੇਖੀਏ ਤਾਂ ਰਾਤ ਦਾ ਕਰਫਿਊ ਜਾਰੀ ਆ। ਹੋ ਸਕਦਾ ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਜੇ ਮੈਨੂੰ ਸਖਤ ਫੈਸਲੇ ਲੈਣੇ ਪਏ ਤਾਂ ਲਵਾਂਗੇ ਔਰ ਲੈਣੇ ਵੀ ਪੈਣਗੇ। ਲੱਗਦਾ ਜਿਸ ਤਰੀਕੇ ਨਾਲ ਕਰੋਨਾ ਰਫ਼ਤਾਰ ਫੜਦਾ ਜਾ ਰਿਹਾ, ਮਹਾਰਾਸ਼ਟਰ ਵਿੱਚ ਵੀ ਹੁਣ ਮੇ ਵੀ 1-2 ਦਿਨਾਂ ਦੇ ਵਿੱਚ ਉੱਥੇ ਮੁਕੰਮਲ ਲਾਕਡਾਊਨ ਲੱਗ ਜਾਵੇ, ਪਰ ਲੋਕਾਂ ਦਾ ਹਾਲ ਜਿਹੜਾ ਆ ਉਹ ਮਸੀਂ ਜੇ ਉਹ ਪੈਰਾਂ ਤੇ ਆਏ ਸੀ ਤਾਂ ਹੁਣ ਉਹ ਡਰਦੇ ਪਏ ਆ ਵੀ ਦੁਬਾਰਾ ਲਾਕਡਾਊਨ ਨਾ ਲੱਗ ਜਾਏ, ਸਾਡੀ ਜਿਹੜੀ ਆਰਥਿਕ ਤੁਰੀ ਹੋਈ ਸੀ ਜਿਹੜੀ ਗੱਡੀ ਉਹ ਦੁਬਾਰਾ ਕਿਤੇ ਠਹਿਰ ਨਾ ਜਾਵੇ। ਇਸ ਗੱਲ ਨੂੰ ਸਾਨੂੰ ਹੀ ਇਹ ਦੇਖਣਾ ਪਵੇਗਾ ਵੀ ਅਸੀਂ ਸਰਕਾਰ ਨੂੰ ਨਾ ਮਜਬੂਰ ਕਰੀਏ ਇਹੋ ਜਿਹੇ ਕਦਮ ਉਠਾਉਣ ਦੇ ਵਿੱਚ, ਤੇ ਇਸ ਕਰਕੇ ਇਹਦੀ ਜਿੰਨੀ ਪ੍ਰੀਕਾਸ਼ਨ, ਜਿੰਨੀ ਸਾਵਧਾਨੀ ਲੋਕਾਂ ਨੂੰ ਵਰਤਣੀ ਚਾਹੀਦੀ ਆ, ਸਰਕਾਰ ਨੇ ਤਾਂ ਕੁਛ ਨਹੀਂ ਮੂੰਹ ਹਿਲਾ ਦੇਣਾ ਵੀ ਆਹ ਪਾਬੰਦੀ ਲਾਤੀ ਤੇ ਉਹ ਰੈਸਟ੍ਰਿਕਸ਼ਨ ਲਾਤੀ ਤੇ ਆਹ ਕਰਫਿਊ ਲਾਤਾ, ਉਹਦਾ ਜਿਹੜਾ ਅਸਰ ਆ ਉਹ ਲੋਕਾਂ ਤੇ ਪੈਣਾ ਆ, ਲੋਕਾਂ ਦੀ ਆਮ ਜ਼ਿੰਦਗੀ ਤੇ ਪੈਣਾ ਆ। ਇਸ ਕਰਕੇ ਮਾਸਕ ਪਹਿਨਣਾ ਬਹੁਤ ਜ਼ਰੂਰੀ ਆ। ਬੇਸ਼ੱਕ ਵੈਕਸੀਨੇਸ਼ਨ ਹੋ ਵੀ ਗਈ ਆ ਤਾਂ ਵੀ
ਸਮਾਜਿਕ ਦੂਰੀ ਵੀ ਬਹੁਤ ਜ਼ਰੂਰੀ ਆ। ਬਿਨਾਂ ਲੋੜ ਤੋਂ ਘਰੋਂ ਨਾ ਹੀ ਨਿਕਲੋ। ਫਿਲਹਾਲ ਮਈ ਦੇ ਐਂਡ ਤੱਕ ਤਾਂ ਜਿਹੜਾ ਮਾਹਰ ਦੱਸਦੇ ਆ ਵੀ ਬਹੁਤ ਇਹ ਕ੍ਰੂਸ਼ਲ ਸਮਾਂ ਆ, ਇਹਦੇ 'ਚ ਜ਼ਿਆਦਾ ਖਿਆਲ ਰੱਖਣਾ ਪਊਗਾ। ਉਸ ਤੋਂ ਬਾਅਦ ਦੀ ਸਥਿਤੀ ਜਿਵੇਂ ਜਿਵੇਂ ਦੀ ਉਹ ਮਾਹਰ ਦੱਸਣਗੇ ਉਹਨੂੰ ਫੋਲੋ ਕਰਨਾ ਸਾਡਾ ਫਰਜ਼ ਬਣਦਾ ਜੀ। ਤੇ ਟੀਕਾਕਰਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਨਵਾਂ ਕੀਤਾ, ਉਹ ਭਲਾ ਕੀ ਹੈ? ਬਿਲਕੁਲ ਜੀ, ਉਹਨਾਂ ਨੇ ਜਿਹੜਾ ਐਂਬੈਸਡਰ ਬਣਾਤਾ ਆ, ਬਹੁਤ ਚਰਚਿਤ ਚਿਹਰਾ ਆ ਸੋਨੂ ਸੂਦ ਨੂੰ, ਔਰ ਉਹ ਜਦੋਂ ਦਰਬਾਰ ਸਾਹਿਬ ਮੱਥਾ ਟੇਕਣ ਵੀ ਆਏ ਸੀ ਤੇ ਉਹ ਇਸ ਮਕਸਦ ਲਈ ਹੀ ਆਏ ਸੀ ਕਿ ਮੈਂ ਬਹੁਤ ਵੱਡੇ ਇੱਕ ਵੈਕਸੀਨੇਸ਼ਨ ਡਰਾਈਵ ਨਾਲ ਜੁੜਨ ਜਾ ਰਿਹਾ, ਜਿਹਦੇ ਲਈ ਮੈਂ ਆਸ਼ੀਰਵਾਦ ਜਾਂ ਅਰਦਾਸ ਕਰਨ ਆਇਆ ਦਰਬਾਰ ਸਾਹਿਬ, ਔਰ ਉਹ ਅਰਦਾਸ ਕਰਕੇ ਹੀ ਇਹਦੇ ਨਾਲ ਜੁੜਿਆ ਆ। ਇਹ ਐਂਬੈਸਡਰ ਬਣਾਉਣ ਦਾ ਇਹ ਇਸ ਕਰਕੇ ਹੁੰਦਾ ਵੀ ਚਰਚਿਤ ਚਿਹਰੇ ਨੂੰ ਮੋਹਰੇ ਲਿਆਓ ਤਾਂ ਕਿ ਇਹਨਾਂ ਦੇ ਜਿਹੜੀ ਫੈਨ ਫੋਲੋਇੰਗ ਆ, ਇਹਨਾਂ ਦੇ ਕਹੇ ਲੱਗਣ ਵਾਲੇ ਲੋਕ ਜ਼ਿਆਦੇ ਆ ਤੇ ਹੋ ਸਕਦਾ ਜ਼ਿਆਦਾ ਵੱਧ ਤੋਂ ਵੱਧ ਜਿਹੜੀ ਵੈਕਸੀਨ ਲਵਾਉਣ। ਚੰਗੀ ਗੱਲ ਆ, ਸੋਨੂ ਸੂਦ ਹੁਣੀ ਪ੍ਰੇਰਿਤ ਕਰਨਗੇ, ਅਪੀਲ ਕਰਨਗੇ। ਸਾਨੂੰ ਘੱਟੋ ਘੱਟ ਇਹ ਹੁੰਦਾ ਵੀ ਜੇ ਤੁਸੀਂ ਸਰਕਾਰ ਦੀ ਨਹੀਂ ਮੰਨਣੀ, ਤੁਸੀਂ ਆਪ ਦੇ ਜਿਹੜੇ ਹੀਰੋ ਆ, ਜਿਹਨੂੰ ਤੁਸੀਂ ਵਾਕਈ ਮੰਨਦੇ ਵੀ ਬੰਦਾ ਬਹੁਤ ਵੱਡਾ ਕੰਮ ਕਰ ਗਿਆ ਸੀ ਲਾਕਡਾਊਨ ਵਿੱਚ, ਕਰੋਨਾ ਕਾਲ ਦੇ ਵਿੱਚ, ਤੇ ਉਹਦੀ ਹੀ ਗੱਲ ਮੰਨ ਕੇ ਆਪਾਂ ਇਸ ਗੱਲ ਨੂੰ ਤੁਰੀਏ ਕਿ ਸਾਨੂੰ ਵੈਕਸੀਨ ਲਵਾਉਣੀ ਚਾਹੀਦੀ ਆ। ਪਰ ਵੈਕਸੀਨ ਦੀ ਘਾਟ ਜਿਹੜੀ ਆ ਉਹ ਸਰਕਾਰ ਪੂਰੀ ਕਰੇ ਤੇ ਵੈਕਸੀਨ ਇਹ ਡਰਾਈਵ ਜਿਹੜੀ ਆ ਵਧੀਆ ਸਮੂਥਲੀ ਚੱਲੇਗੀ ਜੀ। ਤੇ ਅਵਤਾਰ ਜੀ, ਇਹ ਤਾਂ ਸਰਕਾਰ ਨੂੰ ਪਤਾ ਹੈ ਕਿ ਸਰਕਾਰ ਕਿਹੜੇ ਕੰਮਾਂ 'ਚ ਰੁੱਝੀ ਹੋਈ ਹੈ ਇਸ ਵੇਲੇ, ਕਰੋਨਾ ਵੱਲ ਕਦੋਂ ਉਹਨਾਂ ਦਾ ਧਿਆਨ ਜਾਂਦਾ ਹੈ ਤੇ ਕਦੋਂ ਨਹੀਂ, ਮਤਲਬ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਆ ਨਾ ਕਿ ਹਰ ਪਾਸੋਂ ਪੂਰਾ ਹੋਵੇ। ਤੇ ਇਸੇ ਦਰਮਿਆਨ ਅਮਰੀਕਾ ਭਾਰਤ ਦੇ ਪਾਣੀਆਂ 'ਚ ਗੇੜਾ ਮਾਰ ਗਿਆ ਹੈ। ਬਿਲਕੁਲ ਜੀ। ਇਹ ਕਿੱਦਾਂ ਗੇੜਾ ਮਾਰ ਗਿਆ ਤੇ ਕਿਵੇਂ? ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਲਕਸ਼ਦੀਪ ਜਿਹੜਾ ਭਾਰਤ ਦਾ ਹਿੱਸਾ ਆ, ਉੱਤੇ ਜਿਹੜਾ ਯੂਟੀ ਇਲਾਕਾ ਆ, ਉਹਦੇ ਪਾਣੀਆਂ ਦੇ ਵਿੱਚ ਘੱਟੋ ਘੱਟ 130 ਨੌਟੀਕਲ ਮਾਈਲਸ, ਜਿਹਨੂੰ 240 ਕਿਲੋਮੀਟਰ ਦਾ ਘੇਰਾ ਕਹਿੰਦੇ ਆ, ਉਹਦੇ ਵਿੱਚ ਅਮਰੀਕੀ ਜਲ ਸੈਨਾ ਦਾ ਜੰਗੀ ਬੇੜਾ ਇੱਕ ਭਲਵਾਨੀ ਗੇੜਾ ਲਾ ਗਿਆ। ਅੱਛਾ, ਭਲਵਾਨੀ ਗੇੜਾ ਲਾ ਕੇ, ਮਤਲਬ ਬਿਨਾਂ ਇਜਾਜ਼ਤ ਤੋਂ, ਬਿਨਾਂ ਮਨਜ਼ੂਰੀ ਤੋਂ, ਬਿਨਾਂ ਦੱਸੇ ਉੱਥੇ ਗੇੜਾ ਲਾ ਕੇ ਗਿਆ, ਔਰ ਉਹ ਦੱਸਿਆ ਵੀ ਉਹਨੇ ਖੁਦ ਹੀ ਆ। ਅਮਰੀਕਾ ਦੇ ਜਲ ਸੈਨਾ ਨੇ ਹੀ ਦਾਅਵਾ ਕੀਤਾ ਕਿ ਅਸੀਂ ਭਾਰਤ ਦੇ ਪਾਣੀਆਂ ਦੇ ਵਿੱਚ ਘੁੰਮ ਕੇ ਆਏ ਆ ਔਰ ਅੱਗੋਂ ਵੀ ਕਰਾਂਗੇ, ਇਹ ਧਮਕੀ ਵੀ ਦੇਤੀ ਨਾਲ। UN ਦੀ ਜਿਹੜੀ ਆ ਸਮੁੰਦਰੀ ਰਿਪੋਰਟ ਆ ਜਾਂ ਸਮੁੰਦਰੀ ਨਾਰਮ ਜਿਹੜਾ ਬਣਿਆ ਹੋਇਆ, ਉਹਦੇ ਵਿੱਚ ਇਹ ਆ ਕਿ ਜੇ ਕੋਈ ਕਿਸੇ ਪਾਣੀ ਦੇ ਵਿੱਚ ਜਾਂਦਾ ਆ ਤੇ ਉਹਦੇ ਲਈ ਅਗਲੇ ਦੇਸ਼ ਤੋਂ ਮਨਜ਼ੂਰੀ ਲੈਣੀ ਜਾਂ ਇਜਾਜ਼ਤ ਲੈਣੀ ਜ਼ਰੂਰੀ ਆ। ਅਮਰੀਕਾ ਨੇ ਇਹ ਨਹੀਂ ਕੀਤਾ। ਉਹ ਕਹਿੰਦਾ ਵੀ ਇਹ ਮੇਰਾ ਅਧਿਕਾਰ ਆ, ਮੈਂ ਪਹਿਲਾਂ ਤੋਂ ਹੀ ਕਰਦਾ ਆਇਆ, ਹੁਣ ਵੀ ਕੀਤਾ ਤੇ ਗਾਂ ਵੀ ਕਰੂੰਗਾ। ਤੇ ਅਮਰੀਕਾ ਦਾ ਜਿਹੜਾ ਇਹ ਬੇੜਾ 7th ਫਲੀਟ ਦਾ ਸੀ। ਅਮਰੀਕਾ ਦਾ 7th ਫਲੀਟ ਬਹੁਤ ਵੱਡਾ ਜੰਗੀ ਬੇੜੇ ਵਾਲਾ ਫਲੀਟ ਆ, ਜਿਹਦਾ ਇਹ ਜਹਾਜ਼ ਜਿਹੜਾ ਸੀਗਾ ਉਹ ਡਿਸਟਰੋਇਰ ਨਾਂ ਦਾ ਜਹਾਜ਼ ਸੀਗਾ ਜਿਹੜਾ ਗੇੜਾ ਮਾਰ ਕੇ ਗਿਆ। ਔਰ ਇਹ ਉਹੀ 7th ਫਲੀਟ ਆ ਜਿਹੜੀ 1971 ਦੇ ਵਿੱਚ ਜਦੋਂ ਬੰਗਲਾਦੇਸ਼ ਮੁਕਤੀ ਸੰਗਰਾਮ ਚੱਲਦਾ ਸੀਗਾ ਤੇ ਭਾਰਤ ਤੇ ਦਬਾਅ ਪਾਉਣ ਲਈ ਅਮਰੀਕਾ ਨੇ ਇਸੇ ਤਰ੍ਹਾਂ ਦਾ ਬੇੜਾ 7th ਫਲੀਟ ਦਾ ਲਿਆ ਕੇ ਬੰਗਾਲ ਦੀ ਖਾੜੀ 'ਚ ਖੜਾ ਕਰ ਦਿੱਤਾ ਸੀਗਾ ਕਿ ਜੇ ਤੁਸੀਂ ਨਹੀਂ ਹਟੋਗੇ ਤਾਂ ਸਾਡੀ ਕਾਰਵਾਈ ਤਿਆਰ ਆ ਇੱਥੇ। ਇਹ ਉਹੀ 7th ਫਲੀਟ ਆ ਜਿਹਨੇ ਹੁਣ ਉੱਥੇ ਭਲਵਾਨੀ ਗੇੜਾ ਮਾਰਿਆ। ਉਹ ਆਪਣੇ ਤੌਰ ਤੇ ਦਾਅਵਾ ਕਰ ਰਹੇ ਪਏ ਅਸੀਂ ਸਹੀ ਕੀਤਾ। ਭਾਰਤ ਨੇ ਇਤਰਾਜ਼ ਜ਼ਰੂਰ ਜਤਾਇਆ ਪਰ ਉਹਨਾਂ ਦੇ ਕੋਈ ਅਸਰ ਹੋਇਆ ਦਿਸਦਾ ਨਹੀਂ, ਕਿਉਂਕਿ ਉਹਨਾਂ ਦਾ ਬਿਆਨ ਸੀਗਾ ਕਿ ਇਹ ਸਾਡਾ ਅਧਿਕਾਰ ਆ, ਅਸੀਂ ਇਕੱਲਾ ਇਹ ਨਹੀਂ ਹੈਗਾ, ਅਸੀਂ ਸ਼ਾਂਤ ਮਹਾਸਾਗਰ ਦੇ ਵਿੱਚ ਐਂ ਕਰਦੇ ਆ, ਹੋਰ ਸਾਗਰਾਂ ਦੇ ਵਿੱਚ ਵੀ ਐਂ ਕਰਦੇ ਆ, ਚੀਨ ਵਾਲਾ ਇਲਾਕਾ ਆ। ਉਹ ਸਮਾਂ ਭਾਰਤ ਤੇ ਦੋਸ਼ ਲਾ ਰਿਹਾ ਵੀ ਤੁਸੀਂ ਵੱਧ ਪਾਣੀਆਂ ਵਾਲੇ ਹਿੱਸੇ ਤੇ ਕਬਜ਼ਾ ਕਰਕੇ ਬੈਠੇ ਆ, ਇਸ ਕਰਕੇ ਤੁਹਾਨੂੰ ਅਹਿਸਾਸ ਜਤਾਉਣ ਲਈ ਅਸੀਂ ਇਹ ਆਏ ਸੀ ਦੱਸਣ ਕਿ ਇਹ ਇਲਾਕਾ ਤੁਹਾਡਾ ਨਹੀਂ, ਹੁਣ ਇਹ ਸਾਰਾ ਇੰਟਰਨੈਸ਼ਨਲ ਇਲਾਕਾ ਆ, ਤੁਸੀਂ ਇੱਥੋਂ ਪਿੱਛੇ ਹਟਣਾ ਚਾਹੀਦਾ ਆ। ਇਹ ਬਹੁਤ ਵੱਡੀ ਗੱਲ ਹੈ ਵੀ ਅਮਰੀਕਾ ਵਰਗਾ ਭਾਰਤ ਦਾ ਦੋਸਤ ਜਿਹਨੂੰ ਮਿੱਤਰ ਮੰਨਦਾ ਬਹੁਤ ਜ਼ਿਆਦਾ ਹੈ ਵੀ ਆ, ਉਹ ਇਹੋ ਜਿਹਾ ਕੰਮ ਕਰ ਜਾਏ ਤਾਂ ਫਿਰ ਜਿਹੜਾ ਗੁਆਂਢੀ ਮੁਲਕ ਦੁਸ਼ਮਣ ਵਗੈਰਾ ਕਰ ਜਾਣ ਤਾਂ ਫਿਰ ਤਾਂ ਹਾਹਾਕਾਰ ਮਚੇ ਜਾਂਦੀ ਹੁੰਦੀ ਆ। ਸੋ ਇਹਦੇ ਲਈ ਵੀ ਕੂਟਨੀਤਿਕ ਤੌਰ ਤੇ ਭਾਰਤ ਨੂੰ ਅਮਰੀਕਾ ਕੋਲ ਸਖਤ ਇਤਰਾਜ਼ ਜਤਾਉਣਾ ਚਾਹੀਦਾ ਆ। UN ਦੇ ਕੋਲ ਵੀ ਜਾ ਕੇ ਇਸ ਗੱਲ ਨੂੰ ਉਠਾਉਣਾ ਚਾਹੀਦਾ ਆ ਵੀ ਇਹ ਅਮਰੀਕਾ ਸਾਡੇ ਪਾਣੀਆਂ ਦੇ ਵਿੱਚ ਕਿਵੇਂ ਆ ਕੇ ਚੱਲ ਗਿਆ। ਇੱਕ ਐਕਸਕਲੂਸਿਵ ਇਕਨੋਮਿਕ ਜ਼ੋਨ ਹੁੰਦਾ ਆ ਜਿਹੜਾ ਕਿ 300-400 ਕਿਲੋਮੀਟਰ ਦੇ ਏਰੀਏ 'ਚ ਹੁੰਦਾ ਆ, ਉਹ ਕਾਫੀ ਨੌਟੀਕਲ ਮਾਈਲਸ ਬਣ ਜਾਂਦਾ ਆ। ਉਸ ਜ਼ੋਨ ਦੇ ਵਿੱਚ ਪਹੁੰਚਣਾ, ਉਹਦੇ ਵਿੱਚ ਪਹੁੰਚਣ ਲਈ ਕਿਸੇ ਹੋਰ ਦੇਸ਼ ਨੂੰ ਉਸ ਦੇਸ਼ ਦੀ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਆ। ਅਮਰੀਕਾ ਨੇ ਉਹ ਨਹੀਂ ਕੀਤਾ ਕਿਉਂਕਿ ਦੇਖੋ ਆਪਣੇ ਆਪ ਨੂੰ ਦੁਨੀਆ ਦਾ ਰਾਜਾ ਤਾਂ ਕਹਾਉਂਦਾ ਹੀ ਆ ਤੇ ਉਹਦੀ ਫਿਰ ਧੌਂਸ ਹੁੰਦੀ ਆ ਤੇ ਕਰਕੇ ਵੀ ਜਾਣਾ, ਦੱਸਣਾ ਵੀ ਆਪ ਤੇ ਧਮਕੀ ਵੀ ਦੇ ਦੇਣੀ, ਕੋਈ ਨਾ ਅਸੀਂ ਫੇਰ ਵੀ ਇਦਾਂ ਕਰਾਂਗੇ, ਚਿੰਤਾ ਨਾ ਕਰੋ। ਤੇ ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ ਜੀ। ਤੇ ਮੋਦੀ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਫਿਰ? ਨਹੀਂ, ਇਹਨਾਂ ਨੇ ਇਤਰਾਜ਼ ਜ਼ਰੂਰ ਜਤਾਇਆ ਪਰ ਹਲੇ ਉਹ ਹੇਠਲੇ ਪੱਧਰ ਵਾਲੀ ਗੱਲ ਆ। ਜਦੋਂ ਕਿਤੇ ਵੱਡੇ ਪੱਧਰ ਵਾਲੀ ਗੱਲ ਹੋਈ ਤਾਂ ਹੋ ਸਕਦਾ ਫੋਨ ਤੇ ਵਾਰਤਾ ਵੀ ਹੋਵੇ, ਪਰ ਇਹਨਾਂ ਨੇ ਇਤਰਾਜ਼ ਜਤਾਉਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਇਸ ਤਰ੍ਹਾਂ ਅੱਗੇ ਵੀ ਕਰਦੇ ਰਹਾਂਗੇ ਜੀ। ਤੇ ਕਹਿੰਦੇ ਕਿ ਕੋਈ ਸੰਧੀ ਕੀਤੀ ਹੋਈ ਹੈ ਤੇ ਉੱਤੇ ਅਮਰੀਕਾ ਨੇ ਸਾਈਨ ਨਹੀਂ ਕੀਤੇ, ਇਸ ਕਰਕੇ ਉਹਨੂੰ ਹੱਕ ਹੈ ਵੀ ਉਹ ਕਿਤੇ ਵੀ ਜਾ ਸਕਦਾ ਹੈ। ਬਿਲਕੁਲ ਜੀ, ਇਹਦੇ ਵਿੱਚ ਸਾਈਨ ਨਹੀਂ ਕੀਤੇ ਹੋਏ ਅਮਰੀਕਾ ਨੇ, ਇਹ ਗੱਲ ਦਰੁਸਤ ਹੈ ਤੁਹਾਡੀ, ਪਰ ਉਹ
ਧੌਂਸ ਜਮਾਉਣ ਦੇ ਖਾਤਰ ਹੀ ਆਪਣਾ ਕਈ ਵਾਰੀ ਸਾਈਨ ਮਰਜ਼ੀ ਨਾਲ ਕਰਦਾ ਤਾਂ ਮਰਜ਼ੀ ਨਾਲ ਨਹੀਂ ਕਰਦਾ। ਹੁਣ ਦੇਖੀਏ ਆਪਾਂ WHO ਦੇ ਵਿੱਚੋਂ ਨਿਕਲਣ ਲੱਗੇ, ਡੋਨਾਲਡ ਟਰੰਪ ਨੇ ਇੱਕ ਮਿੰਟ ਲਾਇਆ ਸੀ ਵੀ ਮੈਂ ਇਹਦਾ ਹਿੱਸਾ ਹੈ ਨਹੀਂ। ਹਾਲਾਂਕਿ ਉਹਦੇ ਵਿੱਚ ਉਹ ਆਪ ਹਸਤਾਖਰੀ ਵੀ ਸੀਗਾ, ਉਹਨੂੰ ਫੰਡ ਵੀ ਬਹੁਤ ਵੱਡੀ ਗਿਣਤੀ 'ਚ ਦਿੰਦੇ ਸੀਗੇ, ਫਿਰ ਵੀ ਨਿਕਲ ਗਿਆ ਪਈ ਨਹੀਂ ਇਹਨੇ ਜੀ ਚੀਨ ਨੂੰ ਬਚਾਉਣ ਲਈ ਕਰੋਨਾ ਕਾਲ ਦੇ ਵਿੱਚ ਇਹ ਦੁਨੀਆ ਨੂੰ ਧੋਖਾ ਦਿੱਤਾ। ਪਰ ਅਗਲਾ ਰਾਸ਼ਟਰਪਤੀ ਜਦੋਂ ਆਇਆ ਉਹਨੂੰ ਪਤਾ WHO ਤੋਂ ਬਿਨਾਂ ਗੱਲ ਨਹੀਂ ਬਣਨੀ, ਉਹਦੇ ਵਿੱਚ ਫਿਰ ਸ਼ਾਮਲ ਹੋ ਗਿਆ। ਸੋ ਅਮਰੀਕਾ ਚਾਹੇ ਕਿਤੇ ਦਸਤਖਤ ਕਰੇ ਚਾਹੇ ਨਾ ਕਰੇ, ਉਹਦੀ ਧੌਂਸ ਜ਼ਰੂਰ ਦਿਖਾਲਦਾ ਹੁੰਦਾ ਵੀ ਮੈਂ ਬਿਨਾਂ ਦਸਤਖਤ ਤੋਂ ਵੀ ਰਾਜਾ ਆ, ਦਸਤਖਤ ਕਰਕੇ ਤਾਂ ਰਾਜਾ ਹੈਗਾ ਹੀ ਆ। ਪਰ ਜੇ ਦਸਤਖਤ ਕਰ ਜਾਂਦਾ ਤਾਂ ਫਿਰ ਉਹਨੂੰ ਉਹ ਇਜਾਜ਼ਤ ਲੈਣੀ ਪੈਣੀ ਸੀਗੀ, ਜੇ ਨਾ ਵੀ ਲੈਂਦਾ ਤਾਂ ਵੀ ਕੁਝ ਨਹੀਂ ਸੀ ਕਰ ਸਕਦੇ। ਜਦ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਦੋਂ ਗੇੜਾ ਮਰ ਗਏ ਤੇ ਫਿਰ ਬਾਅਦ ਚ ਰੌਲਾ ਪਾਉਣ ਦਾ ਕੀ ਫਾਇਦਾ। ਹੁਣ ਤਾਂ ਇਹ ਇਤਰਾਜ਼ ਜਤਾਉਣ ਜੋਗੇ ਆ ਜਾਂ UN ਕੋਲ ਸਵਾਲ ਉਠਾਉਣ ਜੋਗੇ ਆ ਜੀ। ਤੇ ਅਵਤਾਰ ਜੀ, ਜਾਂਦੇ ਜਾਂਦੇ ਜੇ ਬੰਗਾਲ ਚੋਣਾਂ ਦੀ ਗੱਲ ਨਾ ਕੀਤੀ ਤੇ ਪ੍ਰੋਗਰਾਮ ਅਧੂਰਾ ਜਿਹਾ ਰਹਿ ਜਾਣਾ, ਕਿਉਂਕਿ ਉੱਥੇ 5ਵੇਂ ਗੇੜ ਦੀਆਂ ਵੋਟਾਂ 17 ਤਰੀਕ ਨੂੰ ਸ਼ਾਇਦ ਪੈਣੀਆਂ ਨੇ ਤੇ ਮੈਦਾਨ ਪੂਰੀ ਤਰ੍ਹਾਂ ਭਖਿਆ ਪਿਆ, ਕਿਤੇ ਗੋਲੀਆਂ ਵੀ ਚੱਲ ਰਹੀਆਂ ਨੇ, ਮਮਤਾ ਵੀ ਬੋਲ ਰਹੀ ਹੈ। ਬਿਲਕੁਲ ਜੀ। ਤੇ ਅਮਿਤ ਸ਼ਾਹ ਕਹਿੰਦੇ ਕਿ ਜੇ ਬੰਗਾਲ ਦੀ ਜਨਤਾ ਕਹੇਗੀ ਤੇ ਮੈਂ ਅਸਤੀਫਾ ਦੇ ਦਿਆਂਗਾ। ਬਿਲਕੁਲ ਜੀ। ਜਨਤਾ ਤਾਂ ਬੋਲ ਰਹੀ ਹੈ ਪਰ ਫਿਰ ਅਸਤੀਫਾ ਕਿਉਂ ਨਹੀਂ ਦੇ ਰਹੇ ਅਮਿਤ ਸ਼ਾਹ? ਵੀ ਉਹਦੇ ਵਿੱਚ ਬੜੀ ਉੱਥੇ ਖਤਰਨਾਕ ਸਥਿਤੀ ਵਿੱਚ ਇਸ ਵੇਲੇ ਸਿਆਸਤ ਹੋ ਰਹੀ ਆ। ਬੰਦੇ 4-5 ਜਣਿਆਂ ਦੀ ਜਾਨਾਂ ਵੀ ਚਲ ਗਈਆਂ ਜੀ। ਦੋਸ਼ ਲੱਗ ਰਿਹਾ ਪਏ ਜਿਹੜੇ CISF ਆ ਉਹਨਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ। ਮਮਤਾ ਹੋਰਾਂ ਨੇ ਕਹਿਤਾ ਜੀ ਇਹ ਨਸਲਕੁਸ਼ੀ ਆ ਜੀ। ਉਧਰ ਅਮਿਤ ਸ਼ਾਹ ਹੁਣੀ ਕਹਿ ਰਹੇ ਆ ਪਏ ਘੱਟ ਗਿਣਤੀਆਂ ਦੀ ਤ੍ਰਿਸ਼ਟੀਕਰਨ ਕਰ ਰਹੀ ਆ। ਲੜਾਈ ਸੱਤਾ ਦੀ, ਕਾਬਜ ਕਿਸੇ ਨੇ ਹੋ ਜਾਣਾ, ਕਬਜ਼ਾ ਕਿਸੇ ਦਾ ਲੈ ਜਾਣਾ, ਪੀੜਤ ਹੋ ਰਹੀ ਆ ਦੁਨੀਆ। ਹੁਣ ਉਹਦੇ ਵਿੱਚ ਆਪਾਂ ਨਵਾਂ ਇੱਕ ਜਿਹੜਾ ਬਿਆਨ ਆਇਆ ਸੀ ਦਲੀਪ ਘੋਸ਼ ਜਿਹੜੇ ਉੱਥੇ ਬੰਗਾਲ ਦੇ ਵਿੱਚ ਪ੍ਰਧਾਨ ਆ ਭਾਜਪਾ ਦੇ, ਉਹ ਕਹਿੰਦੇ ਵੀ ਜੇ ਨਹੀਂ ਮੰਨੇ ਇਸ ਤਰੀਕੇ ਨਾਲ ਜਾਂ ਇਹਨਾਂ ਨੇ ਫਿਰ ਕਿਤੇ ਸੁਰੱਖਿਆ ਬਲਾਂ ਤੇ ਹਮਲਾ ਕੀਤਾ ਤੇ ਕੂਚ ਬਿਹਾਰ ਵਰਗੀ ਘਟਨਾਵਾਂ ਹੋਰ ਵੀ ਹੋਣਗੀਆਂ। ਕੂਚ ਬਿਹਾਰ ਹੈ ਕੀ ਵੈਸੇ? ਇਹੀ ਕੂਚ ਬਿਹਾਰ ਹੈ ਜਿੱਥੇ ਇਹ ਗੋਲੀ ਚੱਲੀ ਸੀਗੀ ਜੀ। ਉਹਦਾ ਹੀ ਇੱਕ ਇਲਾਕਾ ਸੀਗਾ ਬੂਥ ਨੰਬਰ 126 ਜਿੱਥੇ ਚੋਣ ਰੱਦ ਕਰ ਦਿੱਤੀ ਸੀਗੀ ਔਰ ਉੱਥੇ ਜਾਣ ਤੇ 72 ਘੰਟੇ ਦੀ ਆਗੂਆਂ ਦੀ ਪਾਬੰਦੀ ਸੀਗੀ। ਉਸ ਗੱਲ ਨੂੰ ਲੈ ਕੇ ਦਲੀਪ ਘੋਸ਼ ਹੋਣਾ ਦਾ ਇਹੋ ਜਿਹਾ ਗੱਲ ਕਹਿਣਾ ਇਹ ਆਪਣੇ ਆਪ 'ਚ ਇੱਕ ਭੜਕਾਉਣ ਵਾਲੀ ਗੱਲ ਆ ਵੀ ਲੋਕਾਂ ਦੇ ਵਿੱਚ ਭੜਕਾਹਟ ਪੈਦਾ ਕੀਤੀ ਜਾਵੇ। ਇਹਨੂੰ ਜਿਹੜੀ ਇਹ ਬਿਆਨ ਨੂੰ ਚੋਣ ਕਮਿਸ਼ਨ ਨੂੰ ਸਖਤੀ ਨਾਲ ਲੈਣਾ ਚਾਹੀਦਾ। ਜੇ ਕਿਸੇ ਹੋਰ ਨੇ ਦਿੱਤਾ ਹੁੰਦਾ ਤਾਂ ਹੁਣ ਨੂੰ ਹੋ ਹੱਲਾ ਬਹੁਤ ਮੱਚ ਜਾਣਾ ਸੀਗਾ, ਪਰ ਉਹਦਾ ਇਸ ਤਰੀਕੇ ਨਾਲ ਕਹਿਣਾ ਤੇ ਇਦਾਂ ਦੀ ਸਥਿਤੀ ਹੋਰ ਵੀ ਆਊਗੀ ਜੇ ਇਦਾਂ ਕੀਤੀ ਤਾਂ, ਤੇ ਸਿੱਧੀ ਧਮਕੀ ਆ ਲੋਕਾਂ ਨੂੰ ਕਿ ਜੇ ਤੁਸੀਂ ਵੋਟਾਂ ਨਹੀਂ ਨਾ ਪਾਈਆਂ ਇੱਧਰ ਤੇ ਦੇਖ ਲਓ ਫਿਰ ਕੀ ਹਾਲ ਹੋਊਗਾ। ਤੇ ਇਸੇ ਕਰਕੇ ਮਮਤਾ ਪਿੱਟ ਰਹੀ ਆ ਬਹੁਤ ਵੀ ਇਹਨਾਂ ਨੇ ਸੁਰੱਖਿਆ ਬਲਾਂ ਰਾਹੀਂ ਸਾਡੇ ਵੋਟਰਾਂ ਨੂੰ ਧਮਕਾਇਆ, ਸਿੱਧੀਆਂ ਗੋਲੀਆਂ ਮਾਰ ਕੇ ਉਹਨਾਂ ਨੂੰ ਲਾਈਨਾਂ 'ਚ ਖੜਿਆਂ ਨੂੰ ਮਾਰਤੀਆਂ। ਇਹ ਬਹੁਤ ਭਿਆਨਕ ਸਥਿਤੀ ਆ। 3 ਦੌਰ ਤਾਂ ਜਿਹੜੇ ਬਹੁਤ ਵਧੀਆ ਸ਼ਾਂਤੀਪੂਰਨ ਲੰਘ ਗਏ ਸੀਗੇ, ਜਿਹੜਾ ਕਿ ਬੰਗਾਲ ਦੇ ਇਤਿਹਾਸ ਤੋਂ ਉਲਟ ਸੀਗਾ ਵੀ ਉੱਥੇ ਹਰ ਚੋਣਾਂ ਦੇ ਵਿੱਚ ਲੜਾਈ ਝਗੜਾ ਇਹੋ ਜਿਹਾ ਹੁੰਦਾ ਹੀ ਆ। ਚੌਥੇ ਗੇੜ ਦੇ ਵਿੱਚ ਉਹਨੇ ਸਿੱਧ ਕਰਤਾ ਵੀ ਵਾਕਈ ਹੋਇਆ। ਹੁਣ ਅਗਲੇ 4 ਗੇੜ ਰੱਬ ਸੁੱਖ ਰੱਖੇ ਸ਼ਾਂਤੀ ਨਾਲ ਲੰਘਣੇ ਚਾਹੀਦੇ ਆ। ਚੋਣ ਕਮਿਸ਼ਨ ਨੂੰ ਇਹਦੇ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ। ਤੇ ਅਵਤਾਰ ਜੀ, ਇਸ ਵੇਲੇ ਪ੍ਰੋਗਰਾਮ 'ਚ ਆਪਾਂ ਹੋਰ ਤੁਹਾਡੇ ਨਾਲ ਵਿਚਾਰ ਸਾਂਝੇ ਨਹੀਂ ਕਰ ਸਕਦੇ ਕਿਉਂਕਿ ਸਮਾਂ ਖਤਮ ਹੈ ਪ੍ਰੋਗਰਾਮ ਦਾ। ਤੁਸੀਂ ਸਟੂਡੀਓ 'ਚ ਆਏ, ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਵਿਚਾਰ ਚਰਚਾ ਦੇ ਅੱਜ ਦੇ ਅੰਕ ਨਾਲ ਜੁੜਨ ਲਈ।